सहज न उपजै, विण सहजै सहसा ना जाए। तीन गल्लां गुरु अमरदास साहब महाराज जी ने इस पंक्ति दे विच कीतियां ने। एक गल कीती है कर्मां दी। कर्मां दा इत्थे भाव है कर्म कांडां दी, जिहड़ी बहुती दुनिया करदी है। फिर दूसरी गल है सहज दी। गुरु साहब कहते ने जे सिर्फ बाहर दे ਉਹੀ कर्मकांड कीते जा रहे ने ਜਿਹੜੇ लोगों ਨੂੰ ही नज़र आ रहे ने, ਜਾਂ ਜਿਹੜੇ कर्मकांड सिर्फ दिखावे ਦੇ ਤੌਰ ਦੇ ਉੱਤੇ ਹੀ ਕੀਤੇ ਜਾ ਰਹੇ ਨੇ, ਉਹਨਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਸਹਿਜ ਨਹੀਂ ਉਪਜਦਾ, ਸਹਿਜ ਨਹੀਂ ਪੈਦਾ ਹੁੰਦਾ। ਸਹਿਜ ਦਾ ਭਾਵ ਆਨੰਦ ਨਹੀਂ ਪੈਦਾ ਹੁੰਦਾ, ਜਿਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਗੁਰੂ ਸਾਹਿਬ ਕਹਿੰਦੇ ਨੇ ਕਰਮ ਕਾਂਡਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਸਹਿਜ ਨਹੀਂ ਪੈਦਾ ਹੁੰਦਾ, ਅਤੇ ਜਿੰਨਾ ਚਿਰ ਸਹਿਜ ਨਹੀਂ ਪੈਦਾ ਹੁੰਦਾ ਸਾਡੇ ਅੰਦਰੋਂ ਸਹਿਮ, ਡਰ, ਦੁਬਿਧਾ ਇਹੋ ਜਿਹੀਆਂ ਚੀਜ਼ਾਂ ਕਦੀ ਖਤਮ ਹੀ ਨਹੀਂ ਹੋ ਸਕਦੀਆਂ। ਵਿਣ ਸਹਿਜੈ ਸਹਿਸਾ ਨਾ ਜਾਏ। ਸਹਿਸਾ ਦਾ ਭਾਵ ਹੈ ਸੰਸਾ। ਜਿੱਦਾਂ ਡੁਐਲਿਟੀ ਮਨ ਦੇ ਵਿੱਚ ਲਗਾਤਾਰ ਆਈ ਜਾਣੀ, 2 ਦਿਨ ਇੱਕ ਚੀਜ਼ ਬੜੀ ਚੰਗੀ ਲੱਗਦੀ ਹੈ, ਅਗਲੇ ਦਿਨ ਫਿਰ ਉਹ ਬੁਰੀ ਲੱਗਣ ਲੱਗ ਪੈਣੀ। ਦੁਬਿਧਾ ਦਾ ਰਸਤਾ, ਜਿਹਦੇ ਵਿੱਚ ਅਸੀਂ 4 ਕੁ ਦਿਨ ਚੱਲਦੇ ਹਾਂ ਅਤੇ ਸਾਨੂੰ ਲੱਗਦਾ ਇਹ ਬਹੁਤ ਸਹੀ ਹੈ, ਬਾਅਦ ਦੇ ਵਿੱਚ ਮਨ ਬਿਲਕੁਲ ਉਹਦੇ ਤੋਂ ਉਲਟ ਸੋਚਣਾ ਸ਼ੁਰੂ ਕਰ ਦਿੰਦਾ। ਇੱਦਾਂ ਕਿ ਜ਼ਿੰਦਗੀ ਲੰਘ ਜਾਂਦੀ ਹੈ। ਇਹ 3 ਗੱਲਾਂ ਮੁੱਖ ਤੌਰ ਦੇ ਉੱਤੇ ਗੁਰੂ ਸਾਹਿਬ ਨੇ ਬੋਲੀਆਂ ਨੇ। ਔਰ ਜੇ ਤਾਂ ਅਸੀਂ ਜ਼ਿੰਦਗੀ ਦੇ ਇਸ ਰਸਤੇ ਦੇ ਉੱਤੇ ਚੱਲੇ ਹਾਂ ਵੀ ਸਾਡੀ ਜ਼ਿੰਦਗੀ ਦੀ ਮੰਜ਼ਿਲ ਕਰਮ ਨਹੀਂ ਨੇ, ਸਾਡੀ ਜ਼ਿੰਦਗੀ ਦੀ ਮੰਜ਼ਿਲ ਜਿਹੜੀ ਹੈ ਉਹ ਆਨੰਦ ਹੈ, ਅਤੇ ਫਿਰ ਤਾਂ ਸਾਨੂੰ ਇਹਨਾਂ ਪੰਕਤੀਆਂ ਦੇ ਵੱਲ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਇਸ ਪੌੜੀ ਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਅਤੇ ਗੁਰੂ ਸਾਹਿਬ ਦੀ ਆਪਣੀ ਜ਼ਿੰਦਗੀ ਵੇਖੋ, ਜੇ ਅਸੀਂ ਕਰਮ ਕਾਂਡਾਂ ਦੀ ਗੱਲ ਕਰੀਏ ਨਾ, ਅਤੇ ਮਹਾਰਾਜ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਕੋਲ ਆਉਣ ਤੋਂ ਪਹਿਲਾਂ ਲਗਭਗ 20 ਵਾਰ ਜਿਹੜੇ ਨੇ ਉਹ ਹਰ ਸਾਲ ਹਰਿਦੁਆਰ ਦੀ ਯਾਤਰਾ 'ਤੇ ਜਾਂਦੇ ਰਹੇ। ਇਹਦਾ ਇੱਕ ਭਾਵ ਤਾਂ ਇਹ ਹੈ ਵੀ ਜੋ ਉਹਨਾਂ ਦੇ ਪਿੱਛੋਂ ਪਰਿਵਾਰਾਂ ਦੇ ਕਰਮ ਚੱਲਦੇ ਆ ਰਹੇ ਸੀ ਉਹਨਾਂ ਨੇ ਕੀਤੇ, ਪਰ ਜਿੱਦਣ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦਾ ਪਤਾ ਲੱਗ ਗਿਆ ਉਦਣ ਉਹਨਾਂ ਨੇ ਉਹ ਬਿਲਕੁਲ ਹੀ ਕੰਮ ਬੰਦ ਕਰ ਦਿੱਤਾ। ਇਹਦੀ ਵਿਆਖਿਆ ਇਹ ਨਾ ਸਮਝ ਲਈ ਜਾਵੇ ਵੀ ਜੇ ਗੁਰੂ ਸਾਹਿਬ ਗਏ ਸੀ ਅਤੇ ਪਿੱਛੇ ਅਸੀਂ ਵੀ ਜਾਣਾ ਹੈ, ਨਹੀਂ, ਸਾਡਾ ਉਹਦੇ ਨਾਲ ਕੋਈ ਸੰਬੰਧ ਨਹੀਂ। ਗੁਰੂ ਘਰ ਦੇ ਨਾਲ ਜੁੜਨ ਤੋਂ ਪਹਿਲਾਂ ਅਸੀਂ ਕੀ ਕੀਤਾ ਉਹ ਸਾਡਾ ਮਾਇਨੇ ਦੇ ਵਿੱਚ ਨਹੀਂ ਆ ਜਾਂਦਾ। ਜਦੋਂ ਅਸੀਂ ਜੁੜ ਗਏ ਹਾਂ ਉਹਦੇ ਤੋਂ ਬਾਅਦ ਵੀ ਅਸੀਂ ਜੇ ਉਹੀ ਕੰਮ ਕਰਦੇ ਪਏ ਹਾਂ, ਫਿਰ ਅਸੀਂ ਕੀਤਾ ਬਹੁਤਾ ਕੁਝ ਨਹੀਂ ਹੈ ਅਤੇ ਬਹੁਤਾ ਕੁਝ ਸਿੱਖਿਆ ਨਹੀਂ ਹੈ। ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝ ਲਈਏ ਵੀ ਸਹਿਜ ਹੈ ਕੀ ਹੈ ਵੈਸੇ, ਕਿਉਂਕਿ ਗੁਰੂ ਸਾਹਿਬ ਤਾਂ ਕਹਿੰਦੇ ਵੀ ਕਰਮ ਕਾਂਡਾਂ ਦੇ ਨਾਲ ਸਹਿਜ ਉਪਜਦਾ ਨਹੀਂ ਹੈ, ਪੈਦਾ ਨਹੀਂ ਹੁੰਦਾ, ਅਤੇ ਸਾਨੂੰ ਪਤਾ ਹੀ ਨਾ ਹੋਵੇ ਵੀ ਸਹਿਜ ਹੈ ਕੀ ਹੈ, ਅਤੇ ਫਿਰ ਤੁਸੀਂ ਸੋਚ ਕੇ ਵੇਖੋਗੇ ਵੀ ਸਾਡੀ ਤਾਂ ਇੱਛਾ ਹੀ ਨਹੀਂ ਵੀ ਸਹਿਜ ਕੀ ਹੈ। ਜਦੋਂ ਸਾਨੂੰ ਪਤਾ ਹੀ ਨਹੀਂ ਵੀ ਪਾਸ ਹੋਣਾ ਹੈ ਕੀ ਹੈ, ਅਤੇ ਫਿਰ ਸਾਨੂੰ ਕੋਈ ਕਿੱਦਾਂ ਕਹਿ ਸਕਦਾ ਵੀ ਤੁਸੀਂ ਪਾਸ ਹੋਵੋ। ਜਦੋਂ ਸਾਨੂੰ ਪਤਾ ਹੀ ਨਹੀਂ ਹੈ, ਸਾਡੇ ਮਨ ਦੇ ਵਿੱਚ ਇਸ ਗੱਲ ਦੀ ਇੱਛਾ ਹੀ ਨਹੀਂ ਵੀ ਅਸੀਂ ਸਹਿਜ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਹੈ, ਅਤੇ ਫਿਰ ਸਾਨੂੰ ਭਾਵੇਂ 100 ਗੱਲਾਂ ਕੋਈ ਸਹਿਜ ਦੇ ਬਾਰੇ ਦੱਸੀ ਜਾਵੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਸਾਡੀ ਜ਼ਿੰਦਗੀ ਦੇ ਵਿੱਚ ਨਾ ਪਹਿਲੀ ਚੀਜ਼ ਹੋਣੀ ਚਾਹੀਦੀ ਹੈ ਸਹਿਜ, ਜੇ ਆਨੰਦ ਲੈ ਕੇ ਆਉਣਾ ਹੈ ਜ਼ਿੰਦਗੀ ਦੇ ਵਿੱਚ। ਹੁਣ ਸਹਿਜ ਦਾ ਭਾਵ ਕੀ ਹੁੰਦਾ ਹੈ? ਸੌਖੇ ਸੌਖੇ ਸਾਡੀ ਬੋਲੀ ਦੇ ਵਿੱਚ ਸਹਿਜ ਦਾ ਮਤਲਬ ਹੁੰਦਾ ਟਿਕਾ, ਹੌਲੀ। ਹੁਣ ਜਿੱਦਾਂ ਤੁਸੀਂ ਬੈਠੇ ਹੋ, ਹੁਣ ਤੁਸੀਂ ਬੈਠੇ ਜੇ ਤੁਸੀਂ 2 ਮਿੰਟ ਇੱਧਰ ਨੂੰ ਬੈਠੋ, 2 ਮਿੰਟ ਖੜ੍ਹੇ ਹੋ ਜਾਵੋ, ਫਿਰ ਬੈਠ ਜਾਓ, 2 ਮਿੰਟ ਤੁਰ ਫਿਰ ਲਓ। ਜੇ ਭਲਾ ਸਾਰੇ ਗੁਰਦੁਆਰੇ ਇੱਦਾਂ ਕਰਦੇ ਹੋਣ, ਆਪਾਂ ਜਿੰਨੇ ਬੈਠੇ ਹਾਂ 20-25 ਜਾਣੇ, ਮੈਂ ਵੀ ਵਿੱਚੋਂ ਉੱਠ ਕੇ ਕਦੀ ਉੱਧਰ ਆ ਕੇ ਅਤੇ ਫਿਰ ਕਥਾ ਕਰਨ ਲੱਗ ਪਵਾਂ, ਤੁਸੀਂ ਵਿੱਚੋਂ ਕਥਾ ਸੁਣ ਕੇ 2 ਮਿੰਟ ਉੱਧਰ ਜਾਓ, ਫਿਰ ਆ ਕੇ ਬੈਠ ਜਾਓ, ਕੰਸਨਟ੍ਰੇਸ਼ਨ ਹੋ ਸਕਦੀ ਹੈ? ਕਦੀ ਹੋ ਹੀ ਨਹੀਂ ਸਕਦੀ। ਇਹ ਤਾਂ ਸਰੀਰ ਦਾ ਅਸਹਿਜ ਹੈ ਵੀ ਸਾਡਾ ਸਰੀਰ ਨਹੀਂ ਟਿਕਦਾ, ਕਿਉਂਕਿ ਸਰੀਰ ਤਾਂ ਉਮਰ ਦੇ ਹਿਸਾਬ ਦੇ ਨਾਲ ਆਉਂਦਾ ਹੈ। ਕਈਆਂ ਦੀ ਕਪੈਸਿਟੀ ਜ਼ਿਆਦਾ ਹੈ, ਬੈਠ ਸਕਦੇ ਨੇ, ਕਈਆਂ ਦੀ ਨਹੀਂ ਕਪੈਸਿਟੀ ਜ਼ਿਆਦਾ, ਉਹ ਨਹੀਂ ਬੈਠ ਸਕਦੇ। ਇਹ ਤਾਂ ਸਰੀਰ ਦੀ ਗੱਲ ਹੈ।
ਹੁਣ ਸੋਚੋ, ਜੇ ਸਰੀਰ ਸਹਿਜ ਦੇ ਵਿੱਚ ਨਾ ਹੋਵੇ, ਕਦੀ ਇੱਧਰ ਜਾ ਰਿਹਾ ਕਦੀ ਉੱਧਰ ਜਾ ਰਿਹਾ, ਉਹ ਕਿੱਦਾਂ ਦਾ ਲੱਗਦਾ ਵੀ ਇਸ ਬੰਦੇ ਨੂੰ ਟਿਕ ਕੇ ਬਹਿਣਾ ਨਹੀਂ ਆਉਂਦਾ। ਤੇ ਜਦੋਂ ਸਾਡਾ ਮਨ ਵੀ ਇਹੋ ਕੁਝ ਕਰੇ ਤੇ ਫਿਰ ਸਾਨੂੰ ਲੋਕੀ ਤੇ ਨਹੀਂ ਵੇਖ ਸਕਦੇ ਨਾ ਵੀ ਮਨ ਕੀ ਕਰਦਾ ਪਿਆ, ਪਰ ਇਹਦਾ ਮਤਲਬ ਮਨ ਸਹਿਜ ਦੇ ਵਿੱਚ ਨਹੀਂ ਹੈ। ਸਰੀਰ ਹਿੱਲੇਗਾ, ਮੇਰਾ ਸਰੀਰ ਹਿੱਲੇਗਾ, ਤੇ ਹੋ ਸਕਦਾ ਹੈ ਮੈਨੂੰ ਕੋਈ ਕਹਿ ਦੇਵੇ ਤੁਸੀਂ ਹਿੱਲੋਗੇ ਤੇ ਮੈਂ ਤੁਹਾਨੂੰ ਕਹਿ ਦੇਵਾਂ ਵੀ ਭਾਈ ਟਿਕ ਕੇ ਬੈਠ ਜਾਓ। ਅਸੀਂ ਕਹਿ ਦਿੰਦੇ ਹਾਂ। ਸਰੀਰ ਨੂੰ ਤੇ ਸਹਿਜ ਦੇ ਵਿੱਚ ਲੈ ਆਵਾਂਗੇ, ਐਡਾ ਔਖਾ ਕੰਮ ਨਹੀਂ ਹੈ ਕਿ ਚਲੋ ਗੱਲ ਮੰਨ ਲਈ ਵੀ ਗੁਰਦੁਆਰੇ ਬੈਠੇ ਹਾਂ ਤਾਂ ਮੰਨਣੀ ਹੀ ਪਵੇਗੀ। ਪਰ ਤੁਸੀਂ ਦੂਸਰੇ ਪਾਸੇ ਵੇਖੋ, ਮਨ ਨੂੰ ਸਹਿਜ ਦੇ ਵਿੱਚ ਕਿੱਦਾਂ ਲੈ ਕੇ ਆਵਾਂਗੇ। ਚੰਗੀ ਤਰ੍ਹਾਂ ਬੰਦਾ ਅੱਖਾਂ ਬੰਦ ਕਰਕੇ ਬੈਠਾ ਹੋਵੇ, ਚੌਕੜੀ ਮਾਰ ਕੇ ਬੈਠਾ ਹੋਵੇ, ਮਨ ਨਾ ਆਵੇ ਸਹਿਜ ਦੇ ਵਿੱਚ, ਉਹਦਾ ਕੀ ਵੱਸ ਚੱਲ ਸਕਦਾ ਹੈ। ਇੱਕ ਆਪਾਂ ਛੋਟੀ ਜਿਹੀ ਗੱਲ ਸਮਝ ਲਈਏ, ਫਿਰ ਇਹ ਗੱਲ ਥੋੜ੍ਹੀ ਜਿਹੀ ਨੇੜੇ ਹੋ ਜਾਵੇਗੀ। ਇੱਕ ਹੁੰਦਾ ਹੈ ਸਹਿਜ, ਇੱਕ ਹੁੰਦੀ ਹੈ ਕੋਸ਼ਿਸ਼। ਗੱਲ ਥੋੜ੍ਹੀ ਜਿਹੀਆਂ ਔਖੀਆਂ ਵੀ ਆਉਣਗੀਆਂ ਇਹਨਾਂ ਪੌੜੀਆਂ ਦੇ ਵਿੱਚ, ਪਰ ਤੁਸੀਂ ਸਮਝ ਲਿਓ, ਗੁਰੂ ਕਿਰਪਾ ਕਰੇ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂਗਾ। ਜਦੋਂ ਅਸੀਂ ਕੋਈ ਚੀਜ਼ ਜਾਣ ਬੁੱਝ ਕੇ ਟਰਾਈ ਦੇ ਵਿੱਚ ਕਰਦੇ ਹਾਂ ਨਾ, ਉਦੋਂ ਅਸਲ ਦੇ ਵਿੱਚ ਸਹਿਜ ਨਹੀਂ ਪੈਦਾ ਹੁੰਦਾ। ਪਰ ਜਦੋਂ ਉਹੀ ਚੀਜ਼ ਸਾਡੇ ਕੋਲ ਸਹਿਜ ਦੇ ਵਿੱਚ ਆ ਜਾਂਦੀ ਹੈ ਨਾ, ਫਿਰ ਤੁਸੀਂ ਵੇਖੋ ਉਹ ਆਪਣੇ ਆਪ ਹੀ ਹੋਈ ਜਾ ਰਹੀ ਹੁੰਦੀ ਹੈ। ਹੁਣ ਕਦੀ ਸਾਨੂੰ ਸਾਹ ਲੈਣ ਦੇ ਲਈ ਬੜੀ ਲੰਮੀ ਟਰਾਈ ਕਰਨੀ ਪਈ ਹੋਵੇ, ਸਹਿਜ ਦੇ ਵਿੱਚ ਆ ਰਿਹਾ ਨਾ, ਜਦੋਂ ਤੋਂ ਤੁਸੀਂ ਗੁਰਦੁਆਰੇ ਬੈਠੇ ਜੇ, ਆ ਹੁਣ ਸਾਹ ਦੀ ਗੱਲ ਚੱਲਦੀ ਹੈ ਤੇ ਤੁਹਾਨੂੰ ਸਾਹ ਦੇ ਬਾਰੇ ਚੇਤਾ ਆ ਗਿਆ ਹੋਵੇਗਾ, ਨਹੀਂ ਤਾਂ ਸਾਹ ਦੇ ਬਾਰੇ ਤਾਂ ਚੇਤਾ ਵੀ ਨਹੀਂ ਸੀ ਆ ਰਿਹਾ, ਆਪਣੇ ਆਪ ਆ ਰਿਹਾ ਸੀ ਨਾ। ਚਲੋ ਮੈਂ ਹੋਰ ਗੱਲ ਕਰ ਦੇਵਾਂ। ਅਸੀਂ ਬੈਠੇ ਹਾਂ, ਅੱਖਾਂ ਸਾਡੀਆਂ ਸਾਰੀਆਂ ਦੀਆਂ ਬਲਿੰਕ ਕਰਦੀਆਂ ਪਈਆਂ ਨੇ। ਕਥਾ ਤੋਂ ਪਹਿਲਾਂ ਕਿੰਨਿਆਂ ਕੁ ਨੇ ਸੋਚਿਆ ਸੀ ਵੀ ਮੇਰੀਆਂ ਅੱਖਾਂ ਬਲਿੰਕ ਕਰਦੀਆਂ ਪਈਆਂ ਨੇ? ਮੈਂ ਵੀ ਨਹੀਂ ਸੀ ਸੋਚਿਆ, ਮੈਂ ਤੁਹਾਨੂੰ ਕੀ ਕਹਿ ਰਿਹਾ। ਇਹਦਾ ਮਤਲਬ ਕੀ ਹੈ ਵੀ ਉਹ ਚੀਜ਼ਾਂ ਆਪਣੇ ਆਪ ਹੀ ਆਟੋਮੈਟਿਕ ਹੋ ਰਹੀਆਂ ਨੇ ਜ਼ਿੰਦਗੀ ਦੇ ਵਿੱਚ, ਤੁਹਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪੈ ਰਹੀ। ਸਾਡੇ ਅਤੇ ਬਾਹਰ ਦਾ ਕੰਮ ਹੈ, ਤੁਸੀਂ ਇੱਕ ਅੱਧਾ ਮਿੰਟ ਸੋਚਿਆ ਵੀ ਚੱਲ ਮੈਂ ਸਾਹ ਰੋਕ ਲੈਣਾ ਹੈ, ਰੋਕ ਵੀ ਲਵਾਂਗਾ। ਬੋਡੀ ਦੇ ਅੰਦਰ ਇੰਨਾ ਕੁਝ ਆਟੋਮੈਟਿਕਲੀ ਹੋ ਰਿਹਾ ਹੈ, ਜਿਹਨੂੰ ਅਸੀਂ ਸੁਣ ਕੇ ਤਾਂ ਬਸ ਹੈਰਾਨ ਹੀ ਰਹਿ ਜਾਈਦਾ ਵੀ ਇਹ ਕੀ ਬਣੀ ਜਾ ਰਿਹਾ ਸਾਡੇ ਸਰੀਰ ਦੇ ਨਾਲ। ਜਿੰਨੇ ਸੈਕਿੰਡ ਦੇ ਵਿੱਚ ਮੈਂ ਕਿਸੇ ਗੱਲ ਨੂੰ ਸੋਚਣ ਲੱਗਦਾ ਹਾਂ, ਉਸੇ ਸੈਕਿੰਡ ਦੇ ਵਿੱਚ ਲੱਖਾਂ ਸੈੱਲ ਮੇਰੇ ਸਰੀਰ ਦੇ ਵਿੱਚੋਂ ਟੁੱਟ ਕੇ ਤਾਂ ਨਵੇਂ ਬਣ ਜਾਂਦੇ ਨੇ। ਔਰ ਇਹ ਚੀਜ਼ ਨੂੰ ਵੇਖੋ, ਜਦੋਂ ਅਸੀਂ ਕਿਸੇ ਚੀਜ਼ ਦੀ ਟਰਾਈ ਦੇ ਵਿੱਚ ਜਾਂਦੇ ਹਾਂ ਨਾ, ਨਵਾਂ ਕੋਈ ਕੰਮ ਸਿੱਖਦੇ ਹਾਂ, ਸਾਨੂੰ ਡਰ ਹੁੰਦਾ ਵੀ ਹਾਂ ਗਲਤ ਨਾ ਹੋ ਜਾਵੇ, ਸਾਡੇ ਕੋਲੋਂ ਨੁਕਸਾਨ ਨਾ ਹੋ ਜਾਵੇ। ਪਰ ਜਦੋਂ ਉਹ ਕੰਮ ਕਰਨ ਦੀ ਸਾਨੂੰ ਜਾਚ ਆ ਜਾਂਦੀ ਹੈ, ਆਦਤ ਆ ਜਾਂਦੀ ਹੈ, ਅਤੇ ਫਿਰ ਤੁਸੀਂ ਵੇਖੋ ਕੋਈ ਫਿਕਰ ਨਹੀਂ। ਫਿਰ ਅਸੀਂ 2 ਜਾਣਿਆਂ ਦੇ ਨਾਲ ਗੱਲ ਵੀ ਕਰ ਲੈਂਦੇ ਹਾਂ, 4 ਜਾਣਿਆਂ ਦੇ ਨਾਲ ਗੱਲ ਵੀ ਕਰ ਲੈਂਦੇ ਹਾਂ। ਉਹ ਕਹਿੰਦੇ ਨੇ ਕਿ ਇੱਕ ਵਾਰ ਨਾ ਇੱਕ ਸਾਧੂ ਸੀ, ਧਿਆਨ ਦੇ ਨਾਲ ਸੋਚਣਾ ਸਹਿਜ ਕੀ ਹੁੰਦਾ ਹੈ ਵੀ ਉਹਨੇ ਇੰਨੇ ਧਿਆਨ ਦੇ ਨਾਲ ਚੌਕੜੀ ਮਾਰ ਕੇ ਬੈਠਣਾ, ਇੰਨੇ ਸਹਿਜ ਦੇ ਨਾਲ ਚੌਕੜੀ ਮਾਰ ਕੇ ਬੈਠਣਾ ਕਿ ਉਹਦੇ ਮੋਢੇ ਦੇ ਉੱਤੇ ਨਾ ਕਹਿੰਦੇ ਪੰਛੀਆਂ ਨੇ ਵੀ ਆ ਕੇ ਬੈਠ ਜਾਣਾ। ਉਹ ਕਿੰਨਾ ਟਿਕਾ ਕੇ ਬੈਠਦਾ ਹੋਵੇਗਾ ਨਾ। ਅਸੀਂ ਤਾਂ ਵੇਖੋ ਸਾਡੇ ਲਾਗੇ ਕਿਤੇ ਆਉਂਦੇ ਨੇ, ਡਰ ਕੇ ਭੱਜ ਜਾਂਦੇ ਨੇ ਉਸੇ ਵੇਲੇ, ਵੀ ਇੱਦਾਂ ਬੈਠਣਾ ਵੀ ਉਹਦੇ ਮੋਢੇ ਦੇ ਉੱਤੇ ਆ ਕੇ ਅਤੇ ਪੰਛੀਆਂ ਨੇ ਵੀ ਬੈਠ ਜਾਣਾ। ਕਿੰਨੀ ਮਿਹਨਤ ਵਾਲਾ ਕੰਮ ਹੋਵੇਗਾ ਉਹਦਾ, ਵੀ ਜੇ ਬੈਠਦਾ ਹੈ ਤਾਂ ਉਹਨੂੰ ਬੈਠਿਆਂ ਵੀ ਪਤਾ ਨਹੀਂ ਲੱਗਦਾ ਪਿਆ। ਫਿਰ ਉਹਨੂੰ ਕਹਿੰਦੇ ਕਿਸੇ ਦਿਨ ਨਾ ਉਹਦੇ ਕਿਸੇ ਚੇਲੇ ਨੇ ਜਾਂ ਜਿਹੜਾ ਕੋਈ ਉਹਨੂੰ ਵੇਖਦਾ ਪਿਆ ਸੀ ਵੀ ਇਹ ਕਮਾਲ ਦਾ ਬੰਦਾ, ਇਹਦੇ ਮੋਢੇ ਦੇ ਉੱਤੇ ਆ ਕੇ ਪੰਛੀ ਬੈਠ ਜਾਂਦੇ ਨੇ, ਅਤੇ ਉਹਨੇ ਉਹਨੂੰ ਕਿਤੇ ਗੱਲ ਕਰ ਦਿੱਤੀ ਵੀ ਇੰਨੇ ਪੰਛੀ ਤੇਰੇ ਮੋਢੇ 'ਤੇ ਆ ਕੇ ਬੈਠ ਜਾਂਦੇ ਨੇ, ਨੂੰ ਇੱਕ ਪੰਛੀ ਫੜ ਕੇ ਅਤੇ ਮੈਨੂੰ ਫੜਾਈ ਦੇ। ਉਹਦੀ ਆਪਣੀ ਸੋਚ ਹੈ ਇਸ ਪਾਸੇ ਤੋਂ। ਉਹ ਕਹਿੰਦੇ ਚਲੋ ਸਾਧ ਮੰਨ ਗਿਆ ਵੀ ਇਹ ਕਿੱਡਾ ਔਖਾ ਕੰਮ ਹੈ, ਮੋਢੇ 'ਤੇ ਆ ਕੇ ਬੈਠਦੇ ਨੇ, ਤੈਨੂੰ ਮੈਂ ਫੜਾ ਦੇਵਾਂਗਾ, ਕੋਈ ਔਖਾ ਕੰਮ ਹੀ ਨਹੀਂ। ਉਦਣ ਜਿੱਦਣ ਉਹ ਸਮਾਧੀ ਲਾ ਕੇ ਬੈਠਾ ਸੀ ਨਾ, ਉਦਣ ਉਹਦੀ ਸਮਾਧੀ ਦੇ ਵਿੱਚ ਇਹ ਸੀ ਵੀ ਪੰਛੀ ਆਵੇਗਾ ਅਤੇ ਫੜਾਂਗਾ। ਉਦਣ ਕੋਈ ਪੰਛੀ ਆ ਕੇ ਬੈਠਾ ਹੀ ਨਹੀਂ। ਇਹੀ ਫਰਕ ਹੁੰਦਾ ਹੈ ਬਸ ਸਹਿਜ ਦੇ ਵਿੱਚ। ਜਿੱਦਣ ਤੁਸੀਂ ਅਤੇ ਮੈਂ ਕੋਸ਼ਿਸ਼ ਕਰਕੇ ਬੈਠਦੇ ਹਾਂ ਨਾ ਕਿਸੇ ਚੀਜ਼ ਨੂੰ ਵੀ ਇੱਦਾਂ ਕਰਕੇ ਹੀ ਹਟਣਾ ਹੈ, ਹੋਵੇ ਨਾ ਹੋਵੇ ਕੋਈ ਗਾਰੰਟੀ ਨਹੀਂ ਹੈ ਉਸ ਚੀਜ਼ ਦੀ। ਜਿੱਦਣ ਉਹ ਚੀਜ਼ ਸਹਿਜ ਦੇ ਵਿੱਚ ਆ ਜਾਂਦੀ ਹੈ, ਤੁਹਾਡੇ ਸੁਭਾਅ ਦੇ ਵਿੱਚ ਆ ਜਾਂਦੀ ਹੈ, ਸਤਿਗੁਰੂ ਕਹਿੰਦੇ ਉਦਣ ਉਹ ਚੀਜ਼ ਆਨੰਦ ਵਾਲੇ ਪਾਸੇ 'ਤੇ ਆ ਜਾਂਦੀ ਹੈ, ਨਹੀਂ ਤਾਂ ਨਹੀਂ ਆਉਂਦੀ। ਜਦੋਂ ਤੱਕ ਸਹਿਜ ਨਹੀਂ ਉਪਜਦਾ। ਸਹਿਜ ਦਾ ਭਾਵ ਹੈ ਟਿਕਾ, ਸਹਿਜ ਦਾ ਭਾਵ ਹੈ ਆਪਣੇ ਆਪ ਜੋ ਕੁਝ ਹੋ ਜਾਵੇ। ਇੱਕ ਹੁੰਦਾ ਹੈ ਬੰਦਗੀ ਕਰਨੀ, ਇੱਕ ਹੁੰਦਾ ਹੈ ਬੰਦਗੀ ਹੋ ਜਾਣੀ। ਇੱਕ ਹੁੰਦਾ ਹੈ ਪਾਠ ਕਰਨਾ, ਇੱਕ ਹੁੰਦਾ ਹੈ ਪਾਠ ਹੋ ਜਾਣਾ। ਇਹਦੇ 2 ਅਰਥ ਨਾ ਲੈ ਜਾਣੇ ਵੀ ਨਹੀਂ ਜੀ ਕਰਦਾ ਤਾਂ ਕੋਈ ਨਹੀਂ, ਆਪੇ ਰੱਬ ਕਰਵਾਏਗਾ ਅਤੇ ਕਹਾਂਗੇ ਪਾਠ ਹੋ ਗਿਆ। ਨਹੀਂ, ਪਾਠ ਕਰਨਾ ਅਸੀਂ ਆਪ ਹੈ। ਅਸੀਂ ਕੱਲ੍ਹ ਵੀ ਪੜ੍ਹਿਆ ਸੀ,
परसों जिस दिन असीं विचार कीती सी, पाठ करना भी असीं है पर करके भी इंज लगे भी वाहिगुरू ने करवा लिया। वो हुंदा भी पाठ कीता तो है पर पाठ वाहिगुरू ने करवा लिया, सेवा कीती तो है पर सेवा वाहिगुरू ने करवा ली। फिर वो बंदे जींदे ने सहज दे विच। जे सहज नहीं होवेगा तो वेखो किद्दां उछलेगा, किद्दां मचलेगा बंदा। पर किन्ने सहज वाले बंदे हुंदे होणगे। आपां छोटी जी उदाहरण समझ लईए। गुरु साहब कहते जे को एक करे चंगियाई मन तन बहुत बफावै। असीं कर्म कांडियां दी गल करांगे पर सहज वालियां दी गल नूं समझ लईए। कोई एक दी चंगियाई बंदा कर देवे ना तो धर्म की दुनिया दे विच ते खास करके ये प्रॉब्लम आउंदी है कि मेरा नाम हो जाए। तुसीं थोड़े बैठे हो, तुसीं ना चाहुंदे होवोगे तुहाडा ना होवे, पर बाहर वेखो ना की हालात बनते पे ने। वो तो रोटियां ते भी पार्टी की स्टैंप ला के रख दिंदे ने भी इस पार्टी वालों रोटियां वंडियां गईयां ने। तुसीं होर की कहोगे। खाण वाले पैकटां दे उत्ते तुसीं वेखो किन्नियां दियां फोटोआं लग जांदियां ने। की है मेरा नाम होवे, दुनिया मैनू जाने, ਇਹਦੇ ਨਾਲ कोई फर्क नहीं पैंदा। हुण गुरु साहब कहते जे को एक करे चंगियाई मन तन बहुत बफावै। एते गुण एतियां चंगियाइयां दे ना पछोतावै। सहज का मतलब पता की हुंदा है। वेखो एक तो साडा फिजिकली है कि मेरे सामने कोई चीज़ वंडी जा रही है तो मैं किन्ने टिका दे विच बैठा कि कोई नहीं मेरे कोल वारी आ जाएगी। ये तो आप बड़ी बार गल करते हैं। अज इस गल नूं नहीं करांगे, अज मानसिक सहज की गल करांगे। जदों तक वो तुहाडे अंदर नहीं है फिर थोड़ा चिर चुप तो बंदा बैठदा पर नहीं बैठा जाता। बेचारा की करे, जो जी होए सो उगवे, उही गल आ जाएगी। गुरु अंगद साहब तो पहला गुरु नानक साहब के कोल आए सी बाबा बुढ़ा साहब। अजे बाबा बुढ़ा साहब की उम्र उस वेले लगभग 12-14 साल सी। गुरु अंगद साहब तो पहला आए। उन्हां दे वेंदियां वेंदियां गुरु अंगद साहब गुरता गद्दी ते बैठ गए। उन्हां दे वेंदियां वेंदियां गुरु अमरदास साहब महाराज गुरता गद्दी ते बैठ गए। गुरु रामदास साहब महाराज गुरता गद्दी ते बैठ गए। गुरु अर्जन साहब गुरता गद्दी ते बैठ गए। गुरु हरगोबिंद साहब गुरता गद्दी ते बैठ गए। तुसीं सोच के वेखियो इस चीज़ नूं आम दुनिया वाले पासे तो। बाबा बुढ़ा साहब की तो गल ही बड़ी कमाल दी है, उहदे बारे असीं की कहना। पर किन्ना मालक ने सहज दिता होवेगा ना। कल नूं कोई साडे वर्गा बंदा ये सोचे भी मैं इन्ना चिर पहलां इहदे नालों आया सी ते मैं दसिया ही नहीं गुरुद्वारे वालियां नूं, मैं तुहानूं नज़र ही नहीं आया। वो बंदा नाराज़ हो सकता सी ना। वो कहंदा नहीं सच्चे पातशाह जिथे तूं रखदा पिया है उत्थे ठीक है। किन्ना टिका मालक ने बख्शिया होवेगा। और सतगुरु कहते ये सहज पता किद्दां पैदा होंदा है। साडियां सुभावां 'च सहज होना चाहिए है। मैं समाजिक गल कर देवां, धार्मिक तौर के उत्ते असीं इहनूं अगे रख दिंदे हां। मैं बहुत बार कहना हुन्ना अपने बच्चों नूं अपने आप नूं संजम की आदत पाईए। वड्डे तो वड्डियां बंदियां दा संजम डोल जाता है, छोटी जी चीज़ जदों किते पल्ले आउंदी। मैं अक्सर इस गल नूं कहना हुन्ना, भावें इहनूं प्रैक्टिस के तौर के उत्ते वेख लईए, साडिया भी घरां दे विच बच्चे ने, असीं इहनूं वेखीए। पर होना इदां दा चाहीदा सी कि वेखो साडे बच्चे नूं कोई चीज़ खाण नूं नहीं मिलदी पई। जिन्हों तो बच्चा न्याणा है अजे नहीं समझ उन्हों तो वो ठीक है, मानते हैं भी अजे बच्चा है, अजे नहीं ये गल की जा सकती। पर जिहड़ा समझदार है, जिहड़ा सबर करन दी आदत जिन्हों होनी चाहिए है, उन्होंने वेखिए भी उन्होंने किन्नी क आदत है सबर करन दी। भला ओदा साडी जिंदगी दे विच प्रैक्टिकल किन्ना क है इस पासे दा। अजे छोटे बच्चे तो मैं कहना फिर किते कंट्रोल कर लेंदे ने, वड्डियां दी हाल वेखो की हुंदी है, किद्दां आउंदे ने कि गल नूं। कारण सबर वो बन टुट जाता उस वेले। सबर टुट गया, संतोख टुट गया, सहज टुट गया। ये साडियां घरां 'च आदत होनी चाहिए सी भी जे कुछ टाइम के उत्ते नहीं भी मिलिया तो बंदा बर्दाश्त करने की किन्नी क हद रखता है, किन्ना क सहज है उसकी जिंदगी दे विच। नहीं तो सहज का जो हाल साडियां घरां 'च सानूं पता ही है कि मैं गुरुद्वारे विच जे जुड़िया हाँ तो मैनूं इस गल का पता है भी जे मैनूं घर दे विच कोई चीज़ दूसरे नूं मिली है, मैनूं अजे नहीं मिली तो मैं बर्दाश्त करने की ताकत रखदा हाँ। माँ प्यो तो गलत नहीं है सोच के बैठा, पर साडे बच्चों ने इस चीज़ नूं किन्ना क समझिया है। चलो इनू इतिहास के विचों वेख लईए असीं, क्योंकि ये गल्लां ना जो साडियां परिवारां 'च ये प्रैक्टिकल नहीं ना हुंदे, फिर सानूं गल्लां झूठियां लगन लग पैंदियां। मैं आप जी के अगे रख देवां, ये बादशाह फरखशीयर दे वेले दी गल सुणाई जाती हुंदी है कि उन्हें जिहड़े ने वो वेख्या भी ये इन्ने सहज दे विच किदां रह जांदे ने।
ਉਹਨੇ ਕੀ ਕੀਤਾ ਵੀ 3 ਜਾਣੇ ਜੇਲ੍ਹ ਦੇ ਵਿੱਚ ਰੱਖੇ ਸੀ ਅਤੇ ਉਹਨਾਂ ਨੂੰ ਕਈ ਦਿਨ ਭੁੱਖੇ ਰੱਖਿਆ। ਉਹਨਾਂ ਦੇ ਵਿੱਚੋਂ ਇੱਕ ਬੁੱਢਾ, ਇੱਕ ਜਵਾਨ ਅਤੇ ਇੱਕ ਬੱਚਾ। ਹੁਣ ਜਿਹੜਾ ਹੈ ਉਹਨੇ 2-4 ਦਿਨ ਭੁੱਖੇ ਰੱਖਿਆ, ਅਤੇ ਸਿੱਧੀ ਗੱਲ ਹੈ ਵੀ ਭੁੱਖ ਤਾਂ ਸਾਰਿਆਂ ਨੂੰ ਲੱਗਦੀ ਹੈ, ਭਾਵੇਂ ਕੋਈ ਮੰਨੇ ਅਤੇ ਭਾਵੇਂ ਨਾ ਮੰਨੇ। ਉਹਨੇ ਕੀ ਕੀਤਾ, ਉਹਨੇ ਸੋਚਿਆ ਕਿ ਹੁਣ ਇਹਨਾਂ ਨੂੰ ਅੱਧੀ ਰੋਟੀ ਦਿਓ, ਅੱਧੀ ਰੋਟੀ ਜਾਵੇਗੀ ਅਤੇ ਆਪੇ ਲੜਨਗੇ ਵੀ ਮੈਂ ਜ਼ਿਆਦਾ ਖਾਣੀ ਕਿਉਂਕਿ ਮੈਨੂੰ ਭੁੱਖ ਲੱਗੀ। ਬਹੁਤੀਆਂ ਥਾਵਾਂ 'ਤੇ ਪਰਿਵਾਰਾਂ 'ਚ ਲੜਾਈ ਗੱਲ ਅੱਧੀ ਰੋਟੀ ਦੀ ਨਹੀਂ ਹੈ, ਗੱਲ ਤਾਂ ਇਹਦੀ ਹੈ ਵੀ ਦੂਸਰੇ ਦਾ ਵੀ ਹਿੱਸਾ ਮੇਰੇ ਕੋਲ ਆ ਜਾਵੇ, ਲੜਾਈ ਤਾਂ ਫਿਰ ਹੈ। ਇੱਥੇ ਕਦੇ ਸਹਿਜ ਹੀ ਖਲੋਤਾ ਲੋਕਾਂ ਦਾ। ਹੁਣ ਉਹਨਾਂ ਨੇ ਅੱਧੀ ਰੋਟੀ ਜਿਹੜੀ ਆ ਨਾ, ਉਹ ਕਹਿੰਦੇ ਉਸ ਜੇਲ੍ਹ ਦੇ ਕਮਰੇ ਦੇ ਵਿੱਚ ਜਦੋਂ ਭੇਜੀ ਅਤੇ ਉਸ ਛੋਟੇ ਬੱਚੇ ਦੇ ਅੱਗੇ ਸਭ ਤੋਂ ਪਹਿਲਾਂ ਰੋਟੀ ਕਰ ਦਿੱਤੀ ਗਈ। ਛੋਟੇ ਬੱਚੇ ਨੂੰ ਚੁੱਕ ਕੇ ਅਤੇ ਆਪਣੇ ਤੋਂ ਜਵਾਨ ਦੇ ਅੱਗੇ ਕਰ ਦਿੱਤੀ। ਉਹ ਕਹਿੰਦਾ ਵੀ ਮੈਂ ਜੇ ਰੋਟੀ ਖਾ ਵੀ ਲਵਾਂਗਾ, ਮੇਰੀ ਜਾਨ ਬਚ ਵੀ ਗਈ, ਅਤੇ ਮੈਂ ਕਿੰਨੀ ਕੁ ਤਾਕਤ ਦੇ ਨਾਲ ਕੱਲ੍ਹ ਨੂੰ ਇਹਨਾਂ ਦਾ ਮੁਕਾਬਲਾ ਕਰ ਲਵਾਂਗਾ। ਮੇਰੇ ਕੋਲ ਅਜੇ ਬੜੇ ਸਾਲ ਪਏ ਨੇ ਜ਼ਿੰਦਗੀ ਦੇ ਵਿੱਚ, ਜਿੰਨਾ ਚਿਰ ਮੈਂ ਤੇਰੇ ਜਿੱਡਾ ਹੋਵਾਂਗਾ ਅਤੇ ਫਿਰ ਕਿਤੇ ਤਲਵਾਰ ਫੜ ਕੇ ਇਹਨਾਂ ਦਾ ਮੁਕਾਬਲਾ ਕਰਾਂਗਾ। ਇਸ ਕਰਕੇ ਇਹ ਰੋਟੀ ਤੂੰ ਖਾ ਲੈ, ਤੂੰ ਖਾ ਕੇ ਅਤੇ ਜੇ ਤਗੜਾ ਰਹਿ ਗਿਆ ਅਤੇ ਕੱਲ੍ਹ ਨੂੰ ਇੱਥੋਂ ਬਾਹਰ ਨਿਕਲੇਗਾ ਤਾਂ ਤੂੰ ਮੁਕਾਬਲਾ ਤਾਂ ਕਰ ਸਕੇਗਾ। ਮੈਂ ਇਹਨਾਂ ਦੇ ਨਾਲ ਕੀ ਮੁਕਾਬਲਾ ਕਰ ਲੈਣਾ ਜੇ ਮੈਂ ਰੋਟੀ ਖਾ ਵੀ ਲਈ। ਅਤੇ ਉਹ ਨੌਜਵਾਨ ਆਪਣੇ ਅੱਗੋਂ ਪਲੇਟ ਚੁੱਕ ਕੇ ਅਤੇ ਉਹ ਬਜ਼ੁਰਗ ਦੇ ਅੱਗੇ ਰੱਖ ਦਿੰਦਾ। ਉਹ ਕਹਿੰਦਾ ਵੀ ਮੇਰੇ 'ਚ ਇੰਨੀ ਤਾਕਤ ਤਾਂ ਹੈ ਵੀ ਮੈਂ 2 ਦਿਨ ਭੁੱਖਾ ਅਜੇ ਰਿਹਾ ਹਾਂ ਅਤੇ 2-4 ਦਿਨ ਹੋਰ ਵੀ ਭੁੱਖਾ ਰਹਿ ਸਕਦਾ ਹਾਂ। ਇੰਨੀ ਮਾਲਕ ਨੇ ਮੈਨੂੰ ਤਾਕਤ ਦਿੱਤੀ ਹੈ। ਪਰ ਇਹ ਬਾਬਾ ਜੀ ਤੁਸੀਂ ਛਕ ਲਓ, ਜੇ ਤੁਸੀਂ ਛਕੋਗੇ ਤਾਂ ਤੁਸੀਂ ਜ਼ਿੰਦਗੀ ਨੂੰ ਹੰਢਾਇਆ ਹੈ, ਤੁਹਾਡੇ ਕੋਲ ਐਕਸਪੀਰੀਅੰਸ ਹੈ, ਤਜਰਬਾ ਹੈ, ਤੁਸੀਂ ਕੋਈ ਇਹੋ ਜਿਹੀ ਗੱਲ ਦੱਸ ਦੇਵੋਗੇ, ਤੁਹਾਡਾ ਜੀਂਦੇ ਰਹਿਣਾ ਸਾਡੇ ਲਈ ਜ਼ਰੂਰੀ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਲਾਨਿੰਗ ਕੀ ਕਰਨੀ ਆ ਉਹ ਤੁਸੀਂ ਦੱਸ ਸਕਦੇ ਜੇ। ਉਹਨੇ ਆਪਣਾ ਪ੍ਰਸ਼ਾਦਾ ਚੁੱਕ ਕੇ ਅਤੇ ਬਾਬੇ ਅੱਗੇ ਰੱਖ ਦਿੱਤਾ। ਬਾਬੇ ਨੇ ਫਿਰ ਚੁੱਕ ਕੇ ਅਤੇ ਉਹ ਪ੍ਰਸ਼ਾਦਾ ਜਿਹੜਾ ਹੈ ਉਹ ਬੱਚੇ ਅੱਗੇ ਰੱਖ ਦਿੱਤਾ। ਉਹ ਕਹਿੰਦਾ ਵੀ ਬੜੀ ਜ਼ਿੰਦਗੀ ਜੀ ਲਈ ਹੈ, ਜੇ ਮੈਂ ਨਾ ਵੀ 2-4 ਦਿਨ ਖਾਵਾਂਗਾ, ਜੇ ਚੜ੍ਹਾਈ ਵੀ ਕਰ ਜਾਵਾਂਗਾ ਤਾਂ ਕੋਈ ਫਰਕ ਨਹੀਂ ਹੈ। ਆਹ ਬੱਚੇ ਨੇ ਕੌਮ ਦਾ ਭਵਿੱਖ ਬਣਨਾ ਹੈ, ਤੁਸੀਂ ਇਹਦੇ ਵੱਲ ਧਿਆਨ ਦਿਓ। ਇਹ ਗੱਲ ਸਿਰਫ ਐਵੇਂ ਸੁਣ ਕੇ ਅਤੇ ਪਰੇ ਕਰ ਦੇਣ ਵਾਲੀ ਨਹੀਂ ਹੈ। ਅਸੀਂ ਵੇਖੋ ਸਹਿਜ ਸਾਡਿਆਂ ਘਰਾਂ ਦੇ ਵਿੱਚ ਸਾਰਾ ਹੁੰਦਾ ਹੈ, ਮਟੀਰੀਅਲ, ਪ੍ਰਸ਼ਾਦਾ ਪਾਣੀ ਘਰ ਦੇ ਵਿੱਚ ਢੇਰ ਲੱਗੇ ਪਏ ਨੇ, ਪਰ ਸਿਰਫ ਖਾਣ ਲੱਗਿਆਂ ਸਾਡੇ 10 ਮਿੰਟ ਜਿਹੜੇ ਨੇ ਉਹ ਸਬਰ ਤੋਂ ਹੀਣੇ ਹੋ ਜਾਂਦੇ। ਗੁਰੂ ਸਾਹਿਬ ਕਹਿੰਦੇ ਨੇ ਜੇ ਆਹ ਸਹਿਜ ਜ਼ਿੰਦਗੀ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਜੇ ਤਾਂ ਇਹ ਕਰਮ ਕਾਂਡਾਂ ਨਾਲ ਥੋੜ੍ਹਾ ਹੋਣਾ ਵੀ ਤੁਸੀਂ ਸੁਖਣਾ ਸੁੱਖ ਲਈਆਂ 10 ਮੱਸਿਆ ਨਹਾ ਲਵਾਂਗਾ ਅਤੇ ਸਹਿਜ ਆ ਜਾਏਗਾ ਜ਼ਿੰਦਗੀ ਦੇ ਵਿੱਚ। ਜੇ ਮੱਸਿਆ 'ਤੇ ਜਾ ਕੇ ਲੜ ਪੈਂਦੇ ਨੇ ਤੁਸੀਂ ਕੀ ਕਰੋਗੇ ਕਿਸੇ ਦੇ ਨਾਲ? ਜੇ ਕਰਮ ਕਾਂਡਾਂ ਦੇ ਨਾਲ ਹੀ ਸਹਿਜ ਪੈਦਾ ਹੁੰਦਾ ਹੋਵੇ ਅਤੇ ਕਿੰਨੇ ਧਾਰਮਿਕ ਸਥਾਨਾਂ 'ਤੇ ਲੋਕ ਨੇ ਜਾ ਕੇ ਵੇਖੋ ਧਾਰਮਿਕ ਸਥਾਨਾਂ 'ਤੇ ਲੜ ਪੈਂਦੇ ਨੇ, ਕੀ ਕਰਾਂਗੇ ਅਸੀਂ ਉਹਨਾਂ ਨੂੰ? ਇਸ ਕਰਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਇਸ ਬਚਨ ਨੂੰ, ਗੁਰਮਤਿ ਦੀ ਇਸ ਗੱਲ ਨੂੰ ਧਿਆਨ ਦੇ ਨਾਲ ਆਪਣੇ ਦਿਮਾਗ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਵੀ ਗੁਰੂ ਸਾਹਿਬ ਕਹਿੰਦੇ ਨੇ ਜੇ ਸਹਿਜ ਲੈ ਕੇ ਆਉਣਾ ਹੈ ਜ਼ਿੰਦਗੀ ਦੇ ਵਿੱਚ, ਅਤੇ ਉਹ ਕਰਮ ਕਾਂਡਾਂ ਦੇ ਨਾਲ ਨਹੀਂ ਆਉਣਾ। ਕਰਮੀ ਸਹਿਜ ਨਾ ਉਪਜੈ, ਕਰਮਾਂ ਕਾਂਡਾਂ ਦੇ ਨਾਲ ਸਹਿਜ ਨਹੀਂ ਆਵੇਗਾ ਜ਼ਿੰਦਗੀ ਦੇ ਵਿੱਚ। ਕਰਮ ਕਾਂਡ ਕੀ ਹੁੰਦੇ ਨੇ? ਕਰਮ ਕਾਂਡ ਹੁੰਦੇ ਨੇ ਜਿੱਦਾਂ ਬੰਦਿਆਂ ਨੇ ਸ਼ਬਦ ਨਹੀਂ ਸੁਣਨਾ, ਅੱਗੇ ਗੱਲ ਆਵੇਗੀ। ਉਹਨਾਂ ਬੰਦਿਆਂ ਨੇ ਸ਼ਬਦ ਨਹੀਂ ਸੁਣਨਾ, ਉਹਨਾਂ ਬੰਦਿਆਂ ਨੇ ਬਸ ਆਪਣੀ ਮਨ ਮਰਜ਼ੀ ਕਰਨੀ ਹੈ, ਜਿੱਦ ਕਰਨੀ ਹੈ ਵੀ ਅਸੀਂ ਤਾਂ ਇਹੋ ਹੀ ਕਰਾਂਗੇ ਜੋ ਮਰਜ਼ੀ ਹੋ ਜਾਵੇ। ਮੈਂ ਤੁਹਾਨੂੰ ਐਡਰੈਸ ਕਰਕੇ ਇਹ ਗੱਲ ਕਹਿੰਦਾ ਹਾਂ, ਕੀਰਤਨ ਸੁਣਦੀ ਹੈ ਸੰਗਤ, ਕਥਾ ਸੁਣਦੀ ਹੈ ਸੰਗਤ, ਅਤੇ ਉਹਨੂੰ ਤਾਂ ਕਿਤੇ ਕੰਨ ਦੇ ਵਿੱਚ ਇੱਕ ਗੱਲ ਪਤਾ ਲੱਗ ਵੀ ਜਾਵੇਗੀ ਵੀ ਅੱਜ ਤੋਂ 10 ਸਾਲ ਪਹਿਲਾਂ ਜਾਂ 10 ਮਹੀਨੇ ਪਹਿਲਾਂ ਮੈਂ ਆਹ ਕੰਮ ਕਰਦਾ ਸੀ ਅਤੇ ਮੈਨੂੰ ਆਹ ਕੰਮ ਨਹੀਂ ਕਰਨਾ ਚਾਹੀਦਾ। ਮੈਂ ਆਪਣੀ ਗੱਲ ਵੀ ਵਿੱਚ ਹੀ ਕਰ ਦੇਵਾਂ। ਜਿੱਦਣ ਅਸੀਂ ਇੱਥੇ ਆ ਕੇ ਬੈਠਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਸਹਿਜ ਪਾਠ ਕਰਦੇ ਹਾਂ, ਕਈਆਂ ਗੱਲਾਂ ਦਾ ਸਾਨੂੰ ਨਹੀਂ ਪਤਾ ਹੁੰਦਾ। ਇਮਾਨਦਾਰੀ ਦੇ ਨਾਲ ਮੈਂ ਕਹਿ ਰਿਹਾ, ਕੁਝ ਗੱਲਾਂ ਇੱਥੇ ਬੈਠ ਕੇ ਪਤਾ ਲੱਗਦੀਆਂ ਨੇ, ਇਹ ਸਿਰਫ ਤੁਹਾਨੂੰ ਨਹੀਂ ਪਤਾ ਲੱਗਦੀਆਂ, ਸਾਨੂੰ ਵੀ ਪਤਾ ਲੱਗਦੀਆਂ ਨੇ। ਕੁਝ ਗੱਲਾਂ ਇੱਥੇ ਬੈਠਿਆਂ ਪਤਾ ਲੱਗਦੀਆਂ ਨੇ। ਹੁਣ ਮੈਂ ਇੱਥੇ ਆ ਕੇ ਤਾਂ ਬੈਠਦਾ ਹਾਂ ਕਿ ਕੋਈ ਗੱਲ ਮੈਨੂੰ ਪਤਾ ਲੱਗ ਜਾਵੇ, ਕੋਈ ਗੱਲ ਮੈਨੂੰ ਸੁਣ ਜਾਵੇ। ਤੁਸੀਂ ਆ ਕੇ ਸੁਣਨ ਦੇ ਲਈ ਬੈਠੇ, 40 ਮਿੰਟਾਂ ਦੇ ਵਿੱਚੋਂ 4 ਗੱਲਾਂ ਤਾਂ ਚੇਤੇ ਰਹਿਣਗੀਆਂ ਹੀ, ਕੋਈ ਬਹੁਤੀਆਂ ਨਹੀਂ, ਅਤੇ 4 ਤਾਂ ਚੇਤੇ ਰਹਿਣਗੀਆਂ ਹੀ ਨਾ। ਪਰ ਤੁਸੀਂ ਸੋਚ ਕੇ ਵੇਖੋ, ਜਿਹੜੇ ਬੰਦੇ ਕਦੀ ਨਾ ਤਾਂ ਅੰਦਰ ਉਹ ਹੁਕਮ ਪੜ੍ਹ ਕੇ ਆਏ, ਕਿਉਂਕਿ ਪੜ੍ਹਨਾ ਨਹੀਂ ਆਉਂਦਾ ਜਾਂ ਪੜ੍ਹਨ ਦੀ ਆਦਤ ਨਹੀਂ, ਹੁਣ ਉਹਨਾਂ ਬੰਦਿਆਂ ਨੇ ਵੇਖੋ, ਹੈਰਾਨੀ ਦੀ ਗੱਲ ਹੈ ਵੀ ਉਦੋਂ ਆਏ ਜਦੋਂ ਨਾ ਕੀਰਤਨ ਹੋ ਰਿਹਾ, ਨਾ ਕਥਾ ਹੋ ਰਹੀ, ਬਸ ਆ ਕੇ ਤੇ ਬੈਠੇ ਰਹੇ। ਫਿਰ ਜੇ ਆ ਕੇ ਬੈਠੇ ਅਤੇ ਵਾਹਵਾ ਥਾਂ ਖੁੱਲ੍ਹੀ ਹੈ, 2 ਮਿੰਟ ਫੇਸਬੁੱਕ ਹੀ ਚਲਾ ਲਈਏ, ਉਹ ਫਿਰ ਫੇਸਬੁੱਕ ਚਲਾਉਣ ਬਹਿ ਗਏ, ਉਹ ਫਿਰ ਗੇਮ ਚਲਾਉਣ ਲੱਗ ਪਏ। ਉਹਦੇ ਨਾਲ ਕੀ ਹੋ ਗਿਆ?
ਉਹ ਵੇਖਣ ਵਾਲੇ ਨੂੰ ਲੱਗਦਾ ਵੀ ਇਹ ਬੰਦਾ 40 ਮਿੰਟ ਗੁਰਦੁਆਰੇ ਬਹਿ ਕੇ ਆਇਆ, ਇਹਨਾਂ ਨੇ ਪਤਾ ਵੀ 2-4 ਲੈਵਲ ਹੀ ਖੇਡ ਕੇ ਮੁੜ ਗਿਆ। ਇਹਦਾ ਕੀ ਭਾਵ ਹੈ? ਅਸੀਂ ਕਹਾਂਗੇ ਵੀ ਉਹ ਬੰਦਾ ਸਿੱਖ ਕੇ ਗਿਆ। ਗੁਰੂ ਸਾਹਿਬ ਕਹਿੰਦੇ ਲਵਾਈ ਜਾਓ ਇਹਨੂੰ, ਭਾਵੇਂ 20 ਸਾਲ ਲਵਾ ਦਿਓ ਗੁਰਦੁਆਰੇ, ਜੇ ਅੱਖਰ ਵੀ ਸਿੱਖ ਜਾਏਗਾ ਤਾਂ ਸਾਨੂੰ ਆਖਿਓ, ਜੇ ਅੱਖਰ ਵੀ ਸਿੱਖ ਜਾਵੇਗਾ ਤਾਂ। ਇਸ ਕਰਕੇ ਸਭ ਤੋਂ ਪਹਿਲੀ ਗੱਲ ਹੈ, ਦਾਤਾਰ ਕਹਿੰਦੇ ਜੇ ਕਰਮ ਕਾਂਡਾਂ ਦੇ ਵਿੱਚ ਹੀ ਚੀਜ਼ ਨਿਕਲਦੀ ਹੋਵੇ ਨਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਿਜ, ਤੁਹਾਡੀ ਜ਼ਿੰਦਗੀ 'ਚ ਟਿਕਾ ਆ ਜਾਵੇਗਾ। ਕਰਮ ਕਾਂਡਾਂ ਦੇ ਨਾਲ ਕਦੀ ਨਹੀਂ ਆਉਣਾ, ਸਗੋਂ ਕਰਮ ਕਾਂਡ ਕਰਦਿਆਂ ਤੇ ਬੰਦਾ ਹੰਕਾਰੀ ਹੋ ਜਾਂਦਾ। ਇੱਕ ਸ਼ਬਦ ਹੈ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਹਜ਼ੂਰ ਕਹਿੰਦੇ ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਜਦੋਂ ਤੁਹਾਨੂੰ ਜਪਜੀ ਸਾਹਿਬ ਨਹੀਂ ਸੀ ਆਉਂਦਾ ਕਰਨਾ, ਉਦੋਂ ਜਪਜੀ ਸਾਹਿਬ ਦਾ ਹੰਕਾਰ ਵੀ ਕੀ ਹੋਣਾ ਸੀ। ਜਦੋਂ ਮੈਨੂੰ ਕਥਾ ਨਹੀਂ ਸੀ ਆਉਂਦੀ ਕਰਨੀ, ਮੈਨੂੰ ਕਥਾ ਦਾ ਹੰਕਾਰ ਵੀ ਕੀ ਹੋਣਾ ਸੀ। ਹੁਣ ਆ ਗਈ ਹੈ ਨਾ ਤਾਂ ਹੰਕਾਰ ਹੋ ਜਾਂਦਾ, ਹੁਣ ਆ ਗਿਆ ਪਾਠ 'ਤੇ ਮੈਨੂੰ ਹੰਕਾਰ ਹੋ ਜਾਂਦਾ। ਹਜ਼ੂਰ ਕਹਿੰਦੇ ਨੇ ਮੈਂ ਤੀਰਥ ਇਸ਼ਨਾਨੀ ਜੇ ਨਹੀਂ ਸੀ, ਜੇ ਤੀਰਥ ਇਸ਼ਨਾਨੀ ਹੋਣ ਦਾ ਹੰਕਾਰ ਵੀ ਤਾਂ ਨਹੀਂ ਸੀ, ਤੀਰਥ ਇਸ਼ਨਾਨੀ ਹੋ ਗਿਆ, ਹੰਕਾਰੀ ਵੀ ਨਾਲ ਹੀ ਹੋ ਗਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਲੇ ਮਨ ਦੇ ਵਿੱਚ ਹੰਕਾਰ ਵੀ ਕਰੀ ਜਾਂਦਾ। ਅਤੇ ਕਿੱਦਾਂ ਚਲੇ ਗਏ? ਨਾਨਕ ਨਿਹਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਜਦੋਂ ਹਾਥੀ ਚੰਗੀ ਭਲੀ ਨਦੀ ਦੇ ਵਿੱਚੋਂ ਅੱਧਾ ਪੌਣਾ ਘੰਟਾ ਐ ਨਹਾ ਕੇ ਨਿਕਲੇ ਅਤੇ ਬਾਹਰ ਨਿਕਲਦੇ ਹੀ ਫਿਰ ਉੱਥੋਂ ਆਪਣੀ ਸੁੰਡ ਦੇ ਨਾਲ ਮਿੱਟੀ ਆਪਣੇ ਸਰੀਰ 'ਤੇ ਪਾ ਲੈਂਦਾ। ਬਸ ਕਹਿੰਦੇ ਇੱਦਾਂ ਦਾ ਹੀ ਕੰਮ ਹੈ ਇਹਦਾ। ਜੇ ਤੁਸੀਂ ਸੋਚਦੇ ਜੇ ਜਾਂ ਦੁਨੀਆ ਸੋਚਦੀ ਹੈ ਵੀ ਕਰਮ ਕਾਂਡ ਕਰੋ, ਤੁਹਾਨੂੰ ਕਰਮ ਕਾਂਡਾਂ ਦੇ ਵਿੱਚ ਫਸਾਉਣ ਦੀ ਲੇਖ ਵੇਖੋ ਕਿੰਨੇ ਦਿਨ ਨਿਸ਼ਚਿਤ ਕੀਤੇ ਗਏ ਨੇ। ਮੈਂ ਗੁਰਮਤਿ ਦੀ ਗੱਲ ਕਰਦਾ ਹਾਂ, ਆਪ ਜੀ ਦੇ ਅੱਗੇ ਰੱਖ ਦੇਵਾਂ। ਤੁਹਾਨੂੰ ਕਈਆਂ ਨੇ ਫਸਾਇਆ ਇਹਨਾਂ ਵਰਤਾਂ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ, ਆਹ 40 ਦਿਨ ਚੰਗੇ, ਆਹ 40 ਦਿਨ ਮਾੜੇ, ਆਹ 10 ਦਿਨ ਵਧੀਆ, ਇਸ ਦਿਨ ਵਰਤ ਰੱਖੋ, ਇਸ ਦਿਨ ਰੱਜ ਕੇ ਖਾਓ। ਕੀ ਤੁਸੀਂ ਸੋਚੋਗੇ ਵੀ 365 ਦਿਨ ਨੇ ਅਤੇ 365 ਦਿਨਾਂ ਦੇ ਵਿੱਚ ਪਵਿੱਤਰਤਾ ਨਾਲ ਹੀ ਚੱਲੀ ਆ ਰਹੀ ਹੈ ਹਿੰਦੁਸਤਾਨ ਦੇ ਵਿੱਚ। ਅੱਜ ਇਹਦਾ ਵਰਤ, ਅੱਜ ਉਹਦਾ ਵਰਤ, ਦਿਨ ਹੀ ਮੁੱਕ ਜਾਂਦੇ ਨੇ, ਵਰਤ ਮੁੱਕਦੇ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਜੇ ਇੱਦਾਂ ਦੇ ਕਰਮ ਕਾਂਡ ਰੱਖੋਗੇ ਤਾਂ ਉਹਦੇ ਨਾਲੋਂ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ 'ਚ ਸਹਿਜ ਹੀ ਕਿੰਨਾ ਆਇਆ ਹੈ। ਉਹ ਕਿਸੇ ਵੇਲੇ ਇੱਦਾਂ ਹੁੰਦਾ ਨਾ ਵੀ ਬੰਦਾ ਸਾਰਾ ਦਿਨ ਭੁੱਖਾ ਰਹੇ, ਕਿੱਡੀ ਵਧੀਆ ਗੱਲ ਹੈ। ਭੁੱਖੇ ਰਹਿਣਾ ਚਾਹੀਦਾ ਹੈ, ਮਰਜ਼ੀ ਹੈ, ਪਰਸਨਲ ਚੋਇਸ ਹੈ। ਧੱਕਾ ਨਹੀਂ ਵੀ ਖਾਣੀ ਹੈ ਰੋਟੀ, ਜਾਂ ਧੱਕਾ ਹੈ ਵੀ ਛੱਡ ਹੀ ਦੇਣੀ ਆ, ਨਹੀਂ। ਆਪਣਾ ਦਿਲ ਕਰਦਾ ਹੈ ਪ੍ਰਸ਼ਾਦਾ ਛਕ ਲੇ, ਨਹੀਂ ਦਿਲ ਕਰਦਾ ਨਾ ਛਕੇ, ਕੋਈ ਮਜਬੂਰੀ ਨਹੀਂ, ਨਾ ਤਾਂ ਔਰਤ ਲਈ ਨਾ ਪੁਰਸ਼ ਲਈ, ਦੋਵਾਂ ਦੇ ਲਈ ਇਹ ਚੀਜ਼ ਬਰਾਬਰ ਹੈ। ਹੁਣ ਸਾਰਾ ਦਿਨ ਤੇ ਭੁੱਖਾ ਰਿਹਾ, ਕਿਉਂ? ਵਰਤ ਰੱਖਿਆ। ਬਾਹਰ ਜਦੋਂ ਵਰਤ ਤੋੜਨ ਦਾ ਮੌਕਾ ਆਇਆ ਉਦੋਂ ਫਿਰ ਇੰਨਾ ਰੱਜ ਕੇ ਖਾ ਲਿਆ ਵੀ ਖਾ ਕੇ ਬਿਮਾਰ ਹੋ ਗਿਆ। ਉਹਨੂੰ ਫਿਰ ਕੀ ਕਵਾਂਗੇ? ਸਹਿਜ ਕਿੱਥੇ ਚਲਾ ਗਿਆ? ਉਹ ਸਹਿਜ ਦੇ ਵਿੱਚੋਂ ਨਹੀਂ ਨਿਕਲਦੀ ਚੀਜ਼, ਉਹ ਕੋਸ਼ਿਸ਼ ਦੇ ਵਿੱਚੋਂ ਨਿਕਲਦੀ ਹੈ, ਉਹ ਅਟੈਂਪਟ ਦੇ ਵਿੱਚੋਂ ਨਿਕਲਦੀ ਹੈ। ਔਰ ਅਟੈਂਪਟ ਦੇ ਵਿੱਚ ਬੰਦਾ ਹਮੇਸ਼ਾ ਹੋਸ਼ਿਆਰ ਰਹਿੰਦਾ, ਕਦੀ ਟਿਕ ਕੇ ਨਹੀਂ ਬੈਠਦਾ। ਇਹ ਚੀਜ਼ਾਂ ਇੱਦਾਂ ਦੀਆਂ ਨੇ। ਗੁਰੂ ਸਾਹਿਬ ਸਾਨੂੰ ਵਾਰ-ਵਾਰ ਇਸ ਪੰਕਤੀ ਦੇ ਵਿੱਚ ਇਹੋ ਗੱਲ ਕਹਿੰਦੇ ਨੇ, ਭਾਈ ਕਰਮ ਕਾਂਡਾਂ ਦੇ ਵੱਲੋਂ ਪਰਹੇਜ਼ ਕਰਕੇ ਤੁਹਾਨੂੰ ਵੱਖਰੇ ਤਰੀਕਿਆਂ ਦੇ ਨਾਲ ਲੋਕ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ ਵੀ ਇਸ ਪਾਣੀ ਦੇ ਵਿੱਚ ਆਹ ਚੀਜ਼ ਸੁੱਟ ਕੇ ਆਓ, ਇਸ ਦਿਨ ਆਹ ਪ੍ਰਸ਼ਾਦ ਚੜ੍ਹਾਓ, ਇਸ ਦਿਨ ਮੱਥਾ ਟੇਕਿਆ ਜ਼ਿਆਦਾ ਪਵਿੱਤਰ, ਇਸ ਦਿਨ ਮੱਥਾ ਟੇਕਿਆ ਅਪਵਿੱਤਰ ਨਹੀਂ, ਇਸ ਦਿਨ ਆਹ ਚੀਜ਼ ਆਪਣੇ ਘਰ ਦੇ ਵਿੱਚ ਲੈ ਕੇ ਆਓ, ਇਸ ਦਿਨ ਤੁਸੀਂ ਆਹ ਚੀਜ਼ ਨਹੀਂ ਲੈ ਕੇ ਆਉਣੀ, ਇਸ ਦਿਨ ਤੁਸੀਂ ਕੱਪੜੇ ਧੋਣੇ ਨੇ, ਇਸ ਦਿਨ ਤੁਸੀਂ ਕੱਪੜੇ ਨਹੀਂ ਧੋਣੇ, ਇਸ ਦਿਨ ਤੁਸੀਂ ਕਾਰੋਬਾਰ ਸ਼ੁਰੂ ਕਰਨਾ, ਜੇ ਦੁਕਾਨ ਦਾ ਮੂੰਹ ਆ ਫਿਰ ਤੁਹਾਡਾ ਇਸ ਪਾਸੇ ਦਾ ਹੋਣਾ ਚਾਹੀਦਾ। ਕਿੰਨੇ ਕਰਮ ਕਾਂਡ ਚੰਬੜੇ ਪਏ ਨੇ, ਸਾਨੂੰ ਕਿਤੇ ਸੋਚ ਕੇ ਵੇਖੇ ਕਿੰਨੇ ਵਹਿਮ ਚੰਬੜੇ ਪਏ ਨੇ ਬੰਦੇ ਨੂੰ। ਔਰ ਨਾਲ ਉਪਾਅ ਵੀ ਹੈ ਫਿਰ, ਇਹ ਹੈ ਤਾਂ ਬੜਾ ਔਖਾ, ਪਰ ਜੇ ਆਹ ਕੰਮ ਕਰ ਲਓ ਨਾ ਤੁਹਾਡਾ ਸਾਰਾ ਅਸਰ ਵੀ ਮੁੱਕ ਜਾਵੇਗਾ। ਕਿਆ ਕਮਾਲ ਦੀ ਗੱਲ ਹੈ। ਸੋਲੂਸ਼ਨ ਵੀ ਨਾਲੇ ਰੱਖਿਆ ਉਹਨਾਂ ਨੇ, ਪਰ ਕਰਦੇ ਵੀ ਉਹੀ ਨੇ। ਗੁਰੂ ਸਾਹਿਬ ਦਾ ਰਸਤਾ ਹੀ ਵੱਖਰਾ ਹੈ। ਹਜ਼ੂਰ ਕਹਿੰਦੇ ਨੇ ਕਰਮਾਂ ਦੇ ਨਾਲ ਸਹਿਜ ਉਪਜ ਹੀ ਨਹੀਂ ਸਕਦਾ, ਪਰ ਸਾਡੀ ਜ਼ਿੰਦਗੀ ਦੀ ਮੰਜ਼ਿਲ ਸਹਿਜ ਹੈ ਹੀ ਨਹੀਂ ਹੈ। ਸਾਡੀ ਜ਼ਿੰਦਗੀ ਦੀ ਤਾਂ ਮੰਜ਼ਿਲ ਹੀ ਕੁਝ ਹੋਰ ਹੈ। ਸਾਡੀ ਜ਼ਿੰਦਗੀ ਦੀ ਮੰਜ਼ਿਲ ਤਾਂ ਵੀ ਅਸਹਿਜ ਜਿੰਨਾ ਆ ਜਾਵੇ, ਖਿੱਚ ਲਈਏ ਜਿੰਨਾ ਕੁਝ ਸਾਡੇ ਕੋਲ ਆਉਂਦਾ ਹੈ। ਇੱਕ ਬਚਨ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਕਹਿ ਲਈਏ ਅਤੇ ਫਿਰ ਅੱਗੇ ਆਵੇਗਾ ਇਹ ਪਾਸਾ। ਹਜ਼ੂਰ ਕਹਿੰਦੇ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਜਦੋਂ ਤੱਕ ਸਹਿਜ ਨਹੀਂ ਪੈਦਾ ਹੋ ਰਿਹਾ ਉਦੋਂ ਤੱਕ ਸਾਡੇ ਅੰਦਰੋਂ ਸੰਸ਼ੇ, ਸਵਾਲ, ਡੁਐਲਿਟੀ ਨਹੀਂ ਦੂਰ ਹੋਵੇਗੀ। ਫਿਰ ਗੁਰੂ ਸਾਹਿਬ ਕਹਿੰਦੇ ਨੇ ਨਾ ਜਾਏ ਸਹਿਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਬੜੀ ਦੁਨੀਆ ਕਈ ਤਰੀਕਿਆਂ ਦੇ ਕਰਮ ਕਮਾ ਕੇ ਥੱਕ ਗਈ ਹੈ, ਪਰ ਅੰਦਰੋਂ ਸੰਸਾ ਦੂਰ ਨਹੀਂ ਹੋ ਰਿਹਾ, ਅੰਦਰੋਂ ਦੁਬਿਧਾ ਦੂਰ ਨਹੀਂ ਹੋ ਰਹੀ, ਅੰਦਰੋਂ ਡੁਐਲਿਟੀ ਦੂਰ ਨਹੀਂ ਹੋ ਰਹੀ। ਇੱਕ ਸ਼ਬਦ ਆਸਾ ਦੀ ਵਾਰ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ। ਗੁਰੂ ਸਾਹਿਬ ਨੇ ਸਾਰੇ ਕਰਮ ਕਾਂਡਾਂ ਦੀ ਲਿਸਟ ਗਿਣਾਈ ਹੈ ਲਗਭਗ ਉਹਦੇ ਵਿੱਚ। ਦਾਤਾਰ ਕਹਿੰਦੇ ਨੇ ਲਿਖ ਪੜ੍ਹਿਆ ਤੇਤਾ ਕੜਿਆ। ਬੰਦਾ ਸੋਚਦਾ ਨਾ ਵੀ ਪੜ੍ਹਾਈ ਹੋਣੀ ਚਾਹੀਦੀ ਅਤੇ ਬੰਦਾ ਸਹਿਜ ਦੇ ਵਿੱਚ ਆ ਜਾਂਦਾ। ਜਿੰਨੇ ਵਿਦਵਾਨ ਹੰਕਾਰੇ ਫਿਰਦੇ ਨੇ ਉਹਨਾਂ ਦਾ ਕੋਈ ਹੈ ਹੀ ਨਹੀਂ ਹੈ ਹੋਰ। ਸਾਡੀ ਵਿਚਾਰ ਦੇ ਵਿੱਚ ਇੱਕ ਗੱਲ ਸਾਨੂੰ ਸਮਝਾਈ ਜਾਂਦੀ ਹੁੰਦੀ ਹੈ ਵੀ
ਤਿੰਨ ਜਾਣਿਆਂ ਨੂੰ ਸਭ ਤੋਂ ਜ਼ਿਆਦਾ ਹੰਕਾਰ ਹੁੰਦਾ ਹੈ। ਇੱਕ ਵਿਦਵਾਨ ਨੂੰ ਜਿਹਨੂੰ ਲੱਗੇ ਵੀ ਮੈਨੂੰ ਕੁਝ ਪਤਾ ਹੈ, ਇੱਕ ਧਨਵਾਨ ਨੂੰ ਜਿਹਨੂੰ ਲੱਗਦਾ ਵੀ ਮੇਰੇ ਕੋਲ ਪੈਸਾ ਹੈ, ਅਤੇ ਇੱਕ ਭਲਵਾਨ ਨੂੰ ਜਿਹਨੂੰ ਲੱਗਦਾ ਵੀ ਮੇਰੇ ਪੱਲੇ ਤਾਕਤ ਹੈ, ਕਿਹੜਾ ਆ ਕੇ ਅੜੇਗਾ ਮੇਰੇ ਨਾਲ। ਇਹ ਸਭ ਤੋਂ ਜ਼ਿਆਦਾ ਹੰਕਾਰੀ ਹੁੰਦੇ ਨੇ ਤਿੰਨ ਜਾਣੇ, ਤੁਸੀਂ ਕਿਤੇ ਵੇਖ ਲੈਣਾ। ਹੁਣ ਗੁਰੂ ਸਾਹਿਬ ਕਹਿ ਰਹੇ ਨੇ ਲਿਖ ਲਿਖ ਪੜ੍ਹਿਆ। ਬੰਦੇ ਨੇ ਪੜ੍ਹਾਈ ਤਾਂ ਤਾਂ ਕੀਤੀ ਵੀ ਚਲੋ ਸਹਿਜ ਆਵੇ ਜ਼ਿੰਦਗੀ ਦੇ ਵਿੱਚ, ਪਰ ਕਹਿੰਦੇ ਕੀ ਹੋਇਆ, ਪੜ੍ਹਾਈ ਕਰਕੇ ਤਾਂ ਆਕੜਦਾ ਪਿਆ ਹੈ। ਉਹਨੂੰ ਪੜ੍ਹਾਈ ਨੂੰ ਕੀ ਕਵਾਂਗੇ? ਜਿਹੜੀ ਪੜ੍ਹਾਈ ਡਿਗਰੀਆਂ ਲੈ ਕੇ ਅਤੇ ਮਾਂ ਪਿਓ ਦੇ ਅੱਗੇ ਬੋਲਦੀ ਪਈ ਆ, ਉਹ ਤਾਂ ਫਿਰ ਕੋਈ ਫਾਇਦਾ ਥੋੜ੍ਹਾ ਉਸ ਪੜ੍ਹਾਈ ਦਾ। ਉਹ ਠੀਕ ਹੈ, ਜਿੰਨੇ ਮਰਜ਼ੀ ਨੰਬਰ ਲਈ ਜਾਵੇ, ਭਾਵੇਂ 100 ਦੇ ਵਿੱਚ 100 ਨੰਬਰ ਲੈ ਲਵੇ, ਉਸ ਪੜ੍ਹਾਈ ਨੂੰ ਕਰਾਂਗੇ ਕੀ ਅਸੀਂ? ਇਹ ਪੜ੍ਹਾਈ ਇਸ ਕਰਕੇ ਵਧੀਆ ਵੀ ਇਹਨੇ ਭਾਰ ਜ਼ਿਆਦਾ ਚੁੱਕਿਆ ਹੈ, ਕੋਈ ਫਾਇਦਾ ਨਹੀਂ ਇਹੋ ਜਿਹੀਆਂ ਪੜ੍ਹਾਈਆਂ ਦਾ। ਗੁਰੂ ਸਾਹਿਬ ਬਹੁਤ ਖਿਲਾਫ ਨੇ ਇਹੋ ਜਿਹੀਆਂ ਪੜ੍ਹਾਈਆਂ ਦੇ। ਮਹਾਰਾਜ ਕਹਿੰਦੇ ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਮਾਂ ਪਿਓ ਦੇ ਨਾਲ ਬੈਠ ਕੇ ਗੱਲ ਕਿੱਦਾਂ ਕਰਨੀ ਹੈ, ਉਹਨਾਂ ਬੰਦਿਆਂ ਨੂੰ ਤੁਸੀਂ ਜਿੰਨੀਆਂ ਮਰਜ਼ੀ ਡਿਗਰੀਆਂ ਦੇ ਭਾਰ ਲਾ, ਜਦੋਂ ਬਿਲਕੁਲ ਅਨਪੜ੍ਹ ਨੇ, ਕੋਈ ਫਾਇਦਾ ਨਹੀਂ ਉਹਨਾਂ ਦੀ ਪੜ੍ਹਾਈ ਦਾ। ਬੁਰਾ ਲੱਗੇਗਾ ਉਹਨਾਂ ਨੂੰ ਇਹ ਗੱਲ ਸੁਣ ਕੇ, ਪਰ ਕੁਝ ਫਾਇਦਾ ਨਹੀਂ ਹੈ। ਮੈਂ ਨਹੀਂ ਕਹਿੰਦਾ ਪੜ੍ਹਨਾ ਨਹੀਂ ਚਾਹੀਦਾ, ਪਰ ਉਸ ਪੜ੍ਹਾਈ ਨੂੰ ਕਰਾਂਗੇ ਵੀ ਕੀ ਜਿਹਨੇ ਤਹਿਜ਼ੀਬ ਭੁਲਾ ਕੇ ਰੱਖ ਦਿੱਤੀ। ਇਸ ਕਰ ਗੁਰੂ ਸਾਹਿਬ ਕਹਿੰਦੇ ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਸਗੋਂ ਹੋਰ ਕੱਢਦਾ ਪਿਆ ਹੈ। ਕੱਢਣਾ ਤੁਹਾਨੂੰ ਪਤਾ ਹੀ ਹੈ, ਦੁੱਧ ਰੱਖ ਦਿਓ ਉੱਤੇ ਅਤੇ ਫਿਰ ਉਬਲੇ ਨਾ, ਅਤੇ ਕੀ ਹੁੰਦਾ, ਕੱਢਦਾ ਰਹਿੰਦਾ ਸਾਰਾ ਦਿਨ, ਰਿੱਝਦਾ ਰਹਿੰਦਾ, ਨਾ ਆਪ ਠੰਡਾ ਹੋਣਾ ਨਾ ਬਰਤਨ ਨੂੰ ਠੰਡਾ ਹੋਣ ਦੇਣਾ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ। ਬੜੀਆਂ ਤੀਰਥਾਂ 'ਤੇ ਭਾਉਂਦਾ ਫਿਰਦਾ ਹੈ, ਸਗੋਂ ਨਾਲੇ ਲੌਂ ਕਰਦਾ ਫਿਰਦਾ। ਜਿੱਦਾਂ ਕਾਂ ਹੁੰਦਾ ਨਾ, ਜਿੱਥੇ ਬੈਠੇ ਨੇ ਉੱਥੇ ਕਾਂ ਕਾਂ ਕਰੀ ਜਾਣੀ। ਧਾਰਮਿਕ ਬੰਦਿਆਂ ਨੂੰ ਬਹੁਤਿਆਂ ਨੂੰ ਇੰਝ ਹੁੰਦਾ ਵੀ ਬਸ ਮੈਂ ਜਿੱਥੇ ਬੈਠਾ ਮੇਰੀ ਮਸ਼ਹੂਰੀ ਕਿਉਂ ਨਹੀਂ ਹੋ ਰਹੀ। ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ, ਬੜੇ ਤਰੀਕਿਆਂ ਦੇ ਭੇਖ ਬਣਾ ਲਏ। ਇੱਕ ਮਹੀਨਾ ਕੁਝ ਹੋਰ ਬਣ ਗਏ, ਇੱਕ ਮਹੀਨਾ ਕੁਝ ਹੋਰ ਬਣ ਗਏ। ਸਤਿਗੁਰੂ ਕਿਰਪਾ ਕਰੇ, ਮੈਂ ਆਪ ਜੀ ਦੇ ਨਾਲ ਬੜੀ ਵਾਰ ਇਸ ਗੱਲ ਨੂੰ ਸਾਂਝਾ ਕਰਦਾ ਹੁੰਦਾ। ਸਹਿਜ ਆਉਣਾ ਚਾਹੀਦਾ ਹੈ, ਹਰ ਇੱਕ ਦਾ ਆਪਣਾ ਧਾਰਮਿਕ ਅਕੀਦਾ ਹੈ, ਪਰ ਜਦੋਂ ਧਾਰਮਿਕ ਕੰਮ ਸਿਰਫ ਬੰਦੇ ਲਈ ਐਕਟਿੰਗ ਰਹਿ ਜਾਂਦੀ ਹੈ ਨਾ, ਫਿਰ ਦਿੱਕਤ ਆ ਜਾਂਦੀ ਹੈ। ਤੁਸੀਂ ਦੇਖਦੇ ਹੀ ਜੇ, ਮਹਾਰਾਜ ਕਿਰਪਾ ਕਰੇ ਤੁਹਾਡੇ ਗੁਆਂਢੀਆਂ ਦੇ ਨਾਲ ਹੀ ਅਕਸਰ ਇੱਦਾਂ ਵਾਪਰ ਜਾਂਦਾ ਹੈ। ਉਹੀ ਬੰਦੇ ਇੱਕ ਦਿਨ ਸ਼ਿਵ ਦਾ ਰੋਲ ਕਰ ਲੈਂਦੇ ਨੇ, ਬਾਕੀ ਸਾਰਾ ਸਾਲ ਤਾਂ ਸ਼ਿਵ ਨਹੀਂ ਨਾ ਬਣੇ ਰਹਿੰਦੇ। ਤੁਸੀਂ ਸੋਚ ਕੇ ਵੇਖੋ ਵੀ ਜੀ ਇੱਕ ਦਿਨ ਬੰਦਾ ਉਸ ਦਾ ਰੋਲ ਕਰਦਾ ਪਿਆ, ਉਹਦੇ ਅਕੀਦੇ ਦੇ ਵਿੱਚ ਉਹ ਬੰਦਾ ਕਿੰਨਾ ਉੱਚਾ ਹੈ। ਪਰ ਹੈਰਾਨੀ ਦੀ ਗੱਲ ਹੈ, ਉਹਨੂੰ ਬਾਕੀ ਸਾਰੇ ਸਾਲ ਵੀ ਤਾਂ ਇਸ ਗੱਲ ਦੇ ਵੱਲ ਧਿਆਨ ਦੇਣਾ ਚਾਹੀਦਾ ਨਾ ਵੀ ਭਾਈ ਮੈਂ ਇੱਕ ਦਿਨ ਜੇ ਉਹ ਬਣਨਾ ਹੈ ਤਾਂ ਮੇਰੀ ਤਿਆਰੀ ਕਿੰਨੀ ਹੋਣੀ ਚਾਹੀਦੀ ਹੈ। ਇਹ ਥੋੜ੍ਹਾ ਵੀ ਕੱਪੜੇ ਪਾ ਲਏ ਨੇ ਅਤੇ ਮੈਂ ਸ਼ਿਵ ਬਣ ਗਿਆ, ਕੱਪੜੇ ਪਾਉਣਾ ਥੋੜ੍ਹਾ ਬਣਦਾ ਕੁਝ। ਅਤੇ ਗੁਰੂ ਸਾਹਿਬ ਨੇ ਇਸੇ ਕਰਕੇ ਕਿਹਾ ਸੀ ਵੀ ਭਾਈ ਧਰਮ ਜਿਹੜਾ ਨਾ, ਉਹ ਧਰਮ ਵਾਲਿਆਂ ਦੇ ਲਈ ਬਸ ਸ਼ੁਗਲ ਮੇਲਾ ਹੈ, ਅਤੇ ਜਿਹੜੇ ਕਮਾ ਰਹੇ ਨੇ ਉਹਨਾਂ ਲਈ ਬਸ ਐਕਟਿੰਗ ਬਣ ਕੇ ਰਹਿ ਗਿਆ। ਇਹਦੇ ਤੋਂ ਵੱਧ ਕੁਝ ਨਹੀਂ, ਤੁਹਾਨੂੰ ਐਕਟਿੰਗ ਹੀ ਨਜ਼ਰ ਆਵੇਗੀ ਸਮੇਤ ਮੇਰੇ ਸਾਰੀਆਂ ਥਾਵਾਂ ਦੇ ਉੱਤੇ ਇਹੋ ਕੁਝ ਹੋ ਰਿਹਾ। ਬਹੁ ਭੇਖ ਕੀਆ, ਨਵੇਂ ਡਰਾਮੇ ਰਚੇ ਜਾਂਦੇ ਨੇ, ਨਵੇਂ ਤਰੀਕੇ ਰਚੇ ਜਾਂਦੇ ਨੇ। ਉਹਨਾਂ ਪਾਕਿਸਤਾਨ ਦਾ ਇੱਕ ਮੌਲਵੀ ਹੈ, ਤੁਸੀਂ ਸ਼ਾਇਦ ਸੁਣਿਆ ਹੋਵੇਗਾ, ਉਹ ਬੜਾ ਇਸ ਗੱਲ 'ਤੇ ਬੋਲਦਾ ਹੁੰਦਾ। ਉਹ ਕਹਿੰਦਾ ਵੀ ਜਿਹੜਾ ਮੌਲਵੀ ਤੁਹਾਨੂੰ ਤਵੀਤ ਦੇ ਰਿਹਾ ਵੀ ਤੁਹਾਡੇ ਘਰਾਂ ਦੇ ਵਿੱਚ ਪੈਸਾ ਆਵੇਗਾ, ਉਹਨੂੰ ਕਿਹਾ ਵੀ ਤਵੀਤ ਆਪਣੀ ਮਸਜਿਦ ਦੇ ਦਰਵਾਜ਼ੇ 'ਤੇ ਬੰਨ੍ਹ ਲਾ ਵੀ ਤੇਰੇ ਕੋਲ ਪੈਸਾ ਆ ਜਾਏ। ਕਿੰਨੇ ਜਾਣੇ ਨੇ ਜਿਹੜੇ ਤੁਹਾਨੂੰ ਇਹੋ ਜਿਹੇ ਧਾਗੇ ਵੰਡਣ ਲਈ ਟੀਵੀਆਂ ਦੇ ਉੱਤੇ ਤਿਆਰ ਬੈਠੇ ਹੋਏ ਨੇ ਵੀ ਤੁਸੀਂ ਆਹ ਧਾਗਾ ਪਾਓ, ਤੁਹਾਡੇ ਘਰ 'ਚ ਸੁੱਖ ਆ, ਧਾਗਾ ਗੱਡੀ 'ਤੇ ਬੰਨੋ, ਤੁਹਾਡਾ ਸਾਰਾ ਕਾਰੋਬਾਰ ਚੱਲੇਗਾ। ਕਿੰਨੇ ਜਾਣੇ ਨੇ? ਉਹ ਤਾਂ ਪੱਕੀ ਗੱਲ ਹੈ ਵੀ ਉਹਦਾ 3000 ਦਾ ਇੱਕ ਹੈ, ਜੇ 10 ਵੀ ਵਿਕ ਗਏ ਤਾਂ ਉਹਦੇ 'ਤੇ 30,000 ਦੇ ਸਿੱਧੇ ਵਿਕ ਗਏ। ਅਤੇ ਜਿਹੜੀ 30,000 ਦਿਹਾੜੀ ਦੇ ਵਿੱਚ ਆਮਦਨ ਹੈ, ਉਹਨੂੰ ਕੀ ਲੋੜ ਹੈ ਕਿਸੇ ਦੇ ਨਾਲ ਜਾ ਕੇ ਖੈਬੜਨ ਦੀ? ਉਹ ਤਾਂ ਫਿਰ 10,000 ਰੁਪਈਆ ਮਸ਼ਹੂਰੀ ਵੀ ਕਰਾ ਲੇਗਾ, 20 ਤਾਂ ਫਿਰ ਵੀ ਉਹਨੂੰ ਬਚਦਾ ਪਿਆ ਹੈ। ਪਰ ਸਮਝੇ ਕਿਹੜਾ? ਮਹਾਰਾਜ ਕਹਿੰਦੇ ਨਵੇਂ ਤਰੀਕੇ ਆ ਰਹੇ ਨੇ। ਤੁਸੀਂ ਵੀ ਅੱਜ ਵੇਖੋਗੇ ਜਿੱਦਾਂ ਮੋਬਾਈਲ ਕੰਪਨੀਆਂ ਸਕੀਮਾਂ ਦਿੰਦੀਆਂ ਨੇ ਨਾ, ਇੱਦਾਂ ਬਾਬੇ ਸਕੀਮਾਂ ਦਿੰਦੇ ਨੇ ਅੱਜ ਕੱਲ੍ਹ। ਆ ਵਾਹਿਗੁਰੂ ਇੱਦਾਂ ਕਹੋ ਫਿਰ ਜ਼ਿਆਦਾ ਮਹੱਤਮ ਹੈ, ਆ ਇਹਨੂੰ ਇੱਥੇ ਸ਼ੇਅਰ ਕਰੋ ਫਿਰ ਜ਼ਿਆਦਾ ਫਾਇਦਾ ਹੋ ਜਾਂਦਾ। ਤੁਹਾਡੇ ਮੋਬਾਈਲਾਂ 'ਤੇ ਸਾਰਾ ਕੁਝ ਪਹੁੰਚਦਾ ਹੋਵੇਗਾ। ਬਹੁ ਭੇਖ ਕੀਆ ਦੇਹੀ ਦੁੱਖ ਦੀਆ, 100 ਵੇ ਜੀਆ ਆਪਣਾ ਕੀਆ। ਗੁਰੂ ਸਾਹਿਬ ਕਹਿੰਦੇ ਨੇ ਅੱਧ ਦੇਹੀ ਨੂੰ ਦੁੱਖ ਦੇ ਰਿਹਾ, ਫਿਰ ਕਰ ਬਰਦਾਸ਼ਤ। ਜੇ ਤੂੰ ਘਰੋਂ ਨੰਗੇ ਪੈਰੀ ਤੁਰਿਆ ਸੀ ਵੀ ਮੈਂ ਗੁਰਦੁਆਰੇ ਨੰਗੇ ਪੈਰੀ ਆਉਣਾ ਹੈ, ਠੀਕ ਹੈ, ਤੇਰੀ ਚੋਇਸ ਹੋ ਸਕਦੀ ਹੈ, ਮੌਜ ਹੈ ਤੇਰੀ, ਤੂੰ ਨੰਗੇ ਪੈਰੀ ਆ, ਕੋਈ ਰੋਕ ਨਹੀਂ। ਪਰ ਜੇ ਤੇਰੇ ਨੰਗੇ ਪੈਰੀ ਆਉਂਦਿਆਂ ਕਿਤੇ ਪੈਰ ਦੇ ਵਿੱਚ ਕੁਝ ਵੱਜ ਗਿਆ ਤਾਂ ਇਸ ਗੱਲ ਦਾ ਦੋਸ਼ ਰੱਬ ਨੂੰ ਦੇ ਵੀ ਰੱਬ ਜੀ ਮੇਰੇ ਪੈਰ ਦੇ ਵਿੱਚ ਕਿਉਂ ਵੱਜਾ? ਅਤੇ ਗੁਰੂ ਸਾਹਿਬ ਕਹਿੰਦੇ 100 ਵੇ ਜੀ ਆ, ਬਰਦਾਸ਼ਤ ਕਰ। ਤੂੰ ਆਪ ਹੀ ਇਸ ਨੂੰ ਤੋਰਿਆ ਹੈ, ਤੈਨੂੰ ਕਿਹਨੇ ਕਿਹਾ ਸੀ ਵੀ ਤੂੰ ਨੰਗੇ ਪੈਰੀ ਆ? ਔਰ ਗਿਆਨੀ ਜਸਵੰਤ ਸਿੰਘ ਪਰਮਾਨਾ ਬੜਾ ਸੌਖੀ ਇਸ ਗੱਲ ਨੂੰ ਕਹਿੰਦੇ ਨੇ ਵੀ ਇੰਨੀਆਂ ਜੂਨਾਂ ਨੇ, ਇਕੱਲਾ ਬੰਦਾ ਹੀ ਤਾਂ ਹੈ ਜਿਹੜਾ ਜੋੜਾ ਪਾਉਂਦਾ, ਬਾਕੀ ਕਿਹੜੀ ਜੂਨ ਜੋੜਾ ਪਾਉਂਦੀ ਹੈ? ਵੀ ਤੁਸੀਂ ਕਦੀ ਵੇਖਿਆ ਵੀ ਹਾਥੀ ਨੇ ਬੂਟ ਪਾਏ? ਕਦੀ ਨਹੀਂ ਪਾਏ ਹੁੰਦੇ। ਪਰ ਬੰਦੇ ਨੂੰ ਲੱਗਦਾ ਵੀ ਮੈਂ ਜੋੜਾ ਲਾਤਾ ਅਤੇ ਮੈਂ ਪਤਾ ਨਹੀਂ ਕਿੱਡੀ ਕੁ ਕਮਾਲ ਦੀ ਗੱਲ ਕਰ ਲਈ ਜ਼ਿੰਦਗੀ ਦੇ ਵਿੱਚ। ਕੋਈ ਫਰਕ ਨਹੀਂ ਹੈ।
ਸਤਿਗੁਰੂ ਕਹਿੰਦੇ ਨੇ ਬਹੁ ਭੇਖ ਕੀਆ ਦੇਹੀ ਦੁੱਖ ਦੀਆ। ਜਿੰਨਾ ਤੁਸੀਂ ਸਰੀਰ ਨੂੰ ਦੁੱਖ ਦੇ ਕੇ ਸੋਚਦੇ ਜੇ ਨਾ ਵੀ ਭਗਤੀ ਦੇ ਨੇੜੇ ਹੋ ਗਏ ਆ, ਵੀ ਮੈਂ ਜੀ ਇੱਕ ਲੱਤ 'ਤੇ ਖੜਾ ਹੋ ਕੇ ਇੰਨੀ ਵਾਰ ਵਾਹਿਗੁਰੂ ਕਹਿ ਲੈਣਾ, ਕਈਆਂ ਨੂੰ ਆਦਤ ਹੁੰਦੀ ਹੈ ਸਾਡੀ ਕੌਮ ਦੇ ਵਿੱਚ ਵੀ। ਸਤਿਗੁਰੂ ਕਹਿੰਦੇ ਨੇ ਸਹੁ ਵੇ ਜੀਆ ਆਪਣਾ ਕੀਆ, ਆਪਣੇ ਕੀਤੇ ਨੂੰ ਬਰਦਾਸ਼ਤ ਕਰ। ਪੱਗ ਉਪੇਤਾਣਾ, ਆ ਵੇਖੋ, ਅੰਨ ਨਾ ਖਾਇਆ ਸਾਧ ਗਵਾਇਆ। ਅੰਨ ਨਹੀਂ ਖਾਧਾ ਮਤਲਬ ਕਦੀ ਕਿਸੇ ਚੀਜ਼ ਦੇ ਕਰਕੇ ਰੋਟੀ ਛੱਡ ਦਿੱਤੀ, ਕਦੇ ਕਿਸੇ ਚੀਜ਼ ਕਰਕੇ ਰੋਟੀ ਛੱਡ ਦਿੱਤੀ। ਅੰਨ ਨਾ ਖਾਇਆ ਸਾਧ ਗਵਾਇਆ, ਸਗੋਂ ਟੇਸਟ ਵੀ ਗਵਾ ਲਿਆ ਜ਼ਿੰਦਗੀ ਦੇ ਵਿੱਚ। ਇਸ ਕਰਕੇ ਥੋੜ੍ਹਾ ਮਿਲੀ ਸੀ ਵੀ ਅੰਨ ਛੱਡ ਦਿਓ। ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਦੂਜੇ ਪਾਸੇ ਪਿਆਰ ਰਹਿ ਗਿਆ, ਬੜਾ ਦੁੱਖ ਹੈ। ਬਸਤਰ ਨਾ ਪਹਿਰੇ, ਕੱਪੜੇ ਪਾਉਣੇ ਛੱਡ ਦਿੱਤੇ। ਤੁਸੀਂ ਵੇਖੋ ਕਈ ਸਾਧ ਇੱਦਾਂ ਦੇ ਨੇ, ਉਹ ਕਹਿੰਦੇ ਅਸੀਂ ਸੀਤਾ ਕੱਪੜਾ ਨਹੀਂ ਪਾਉਂਦੇ। ਜਦੋਂ ਤੁਸੀਂ ਕੱਪੜਾ ਸਰੀਰ ਦੇ ਉੱਤੇ ਲਾ ਹੀ ਲਿਆ, ਫਿਰ ਸੀਤੇ ਅਣਸੀਤੇ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਬਸਤਰ ਨਾ ਪਹਿਰੇ, ਬਸਤਰ ਪਹਿਰ ਨਹੀਂ ਛੱਡ ਦਿੱਤੇ। ਅਹਨਿਸ਼ ਕਹਿ ਰਹੇ, ਦਿਨ ਰਾਤ ਆਪਣੇ ਆਪ ਨੂੰ ਬਸ ਦੁੱਖ ਦੇ ਵਿੱਚ ਰੱਖਦਾ ਪਿਆ। ਅਹਨਿਸ਼ ਕਹਿ ਰਹੇ, ਪੱਗ ਉਪੇਤਾਣਾ ਮੋਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ। ਪੱਗ ਉਪੇਤਾਣਾ, ਚੁੱਪ ਕਰਕੇ ਰਹਿ ਗਿਆ, ਮੌਨ ਹੋ ਗਿਆ ਵੀ ਮੈਂ ਨਹੀਂ ਬੋਲਦਾ। ਭਲਾ ਤੁਹਾਡੇ ਘਰ ਦੇ ਵਿੱਚ ਕੋਈ ਮੈਂਬਰ ਹੋਵੇ ਚੁੱਪ ਕਰਕੇ ਬੈਠ ਜਾਵੇ ਅਤੇ ਉਹਦੇ ਨਾਲ ਕਿੰਨਾ ਜ਼ਫਰ ਜਾਲਣਾ ਪੈਂਦਾ ਵੀ ਕੁਝ ਬੋਲ ਸਾਨੂੰ ਤੇਰੀ ਗੱਲ 'ਤੇ ਸਮਝ ਲੱਗੇ। ਉਹ ਸ਼ਾਇਦ ਗਿਆਨੀ ਸਾਹਿਬ ਸਿੰਘ ਮਾਰਕੰਡੇ ਵਾਲੇ ਕਥਾ ਕਰਦੇ ਪਏ ਸੀ, ਕਹਿੰਦੇ ਮੈਨੂੰ ਇੱਕ ਬਾਬੇ ਨੇ, ਮੈਨੂੰ ਸੰਗਤ ਨੇ ਕਿਹਾ ਦੱਸ ਪਾਤੀ ਵੀ ਇੱਥੇ ਇੱਕ ਬਾਬਾ ਹੈ ਬੋਲਦਾ ਨਹੀਂ ਹੈ। ਉਹ ਕਹਿੰਦੇ ਮੈਨੂੰ ਚਲੋ ਨਾਲ ਲੱਗੇ ਵੀ ਚਲੋ ਬਾਬਾ ਜੀ ਨੂੰ ਮਿਲ ਕੇ ਆਉਂਦੇ ਹਾਂ। ਉਹ ਕਹਿੰਦੇ ਅਸੀਂ ਗਏ ਅਤੇ ਉਹ ਬਾਬੇ ਦਾ ਕਿਤੇ ਜਲੇਬੀ ਖਾਣ ਨੂੰ ਜੀਅ ਕਰਦਾ ਪਿਆ ਸੀ। ਹੁਣ ਬਾਬੇ ਨੇ ਸਹੁੰ ਖਾਧੀ ਸੀ ਵੀ ਬਾਬੇ ਨੇ ਬੋਲਣਾ ਨਹੀਂ। ਉਹ ਬਾਬੇ ਨੇ ਇੰਨੇ ਇਸ਼ਾਰਿਆਂ ਦੇ ਨਾਲ ਗੱਲ ਸਮਝਾਈ। ਉਹ ਗਿਆਨੀ ਸਾਹਿਬ ਸਿੰਘ ਕਹਿੰਦੇ ਵੀ ਕਿੱਡੀ ਵਿਚਾਰੀ ਦੀ ਜਾਨ ਔਖੀ ਹੈ। ਉਹਨੂੰ ਕਿਹਾ ਵੀ ਭਰਾਵਾ ਤੂੰ ਬੋਲ ਹੀ ਪੈ। ਇੱਕ ਉਹਨਾਂ ਨੂੰ ਸਮਝ ਨਹੀਂ ਆ ਰਹੀ, ਇੱਕ ਤੂੰ ਕਿੰਨਾ ਔਖਾ ਹੋ ਰਿਹਾ। ਜੇ ਉਸੇ ਵੇਲੇ ਬੋਲ ਦਿੰਦਾ ਤਾਂ ਬਾਅਦ 'ਚ ਫਿਰ ਧਿਆਨ ਤੇਰਾ ਉਸ ਪਾਸੇ ਹੋ ਜਾਣਾ ਸੀ। ਚੁੱਪ ਕਰਕੇ ਜੀ ਅਸੀਂ ਤਾਂ ਬਸ ਬੋਲਾਂਗੇ ਨਹੀਂ। ਇਹ ਦੁਨੀਆ ਕਰਦੀ ਇੱਦਾਂ, ਜਾਂ ਤਾਂ ਜ਼ਿਆਦਾ ਬੋਲ ਲੈਂਦੀ ਅਤੇ ਜਾਂ ਫਿਰ ਬੋਲਦੀ ਨਹੀਂ। ਵਿੱਚ ਰਹਿਣਾ ਆਉਂਦਾ ਹੀ ਨਹੀਂ, ਇਹਨਾਂ ਨੂੰ ਬੈਲੈਂਸ ਹੀ ਨਹੀਂ ਆਉਂਦਾ। ਮੋਨ ਵਿਗੂਤਾ ਕਿਉਂ ਜਾਗਿਆ ਗੁਰਬਿਨ ਸੂਤਾ। ਪੱਗ ਉਪੇਤਾਣਾ, ਜੋੜਿਆਂ ਤੋਂ ਬਿਨਾਂ ਜ਼ਿੰਦਗੀ ਬਤੀਤ ਕਰ ਲਈ। ਆਪਣਾ ਕੀਆ ਕਮਾਣਾ, ਅਲ ਮਲ ਖਾਈ। ਕਈ ਝੂਠੀਆਂ ਚੀਜ਼ਾਂ ਖਾਣ ਲੱਗ ਪੈਂਦੇ ਨੇ। ਸਿਰ ਸ਼ਾਹੀ ਪਾਈ ਵਿਣ ਨਾਵੇਂ ਕਿਛ ਥਾਏ ਨਾ ਪਾਈ। ਮੂਰਖ ਅੰਧੇ ਪਤ ਗਵਾਈ ਵਿਣ ਨਾਵੇਂ ਕਿਛ ਥਾਏ ਨਾ ਪਾਈ। ਰਹਿ ਬੇਬਾਣੀ ਮੜੀ ਮਸਾਣੀ, ਘਰ ਬਾਰ ਛੱਡ ਦਿੱਤਾ, ਮੜੀਆਂ ਮਸਾਣਾ 'ਚ ਰਹਿਣ ਲੱਗ ਪਏ। ਰਹਿ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣਾ ਫਿਰ ਪਛਤਾਣੀ। ਸਤਿਗੁਰ ਭੇਟੇ ਸੋ ਸੁਖ ਪਾਏ। ਗੁਰੂ ਸਾਹਿਬ ਕਹਿੰਦੇ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਵੇ, ਸੁੱਖ ਕਿੱਥੇ ਹੈ? ਸਤਿਗੁਰ ਭੇਟੇ ਸੋ ਸੁਖ ਪਾਏ। ਆਸ ਅੰਦੇਸ ਹਰ ਕਾ ਨਾਮ ਮਨ ਵਸਾਏ। ਨਾਨਕ ਨਦਰ ਕਰੇ ਸੋ ਪਾਏ। ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸ਼ਬਦ ਜਲਾਏ। ਜਿਹੜਾ ਬੰਦਾ ਸ਼ਬਦ ਨੂੰ ਸਮਝਦਾ ਪਿਆ ਹੈ, ਕਰਮ ਕਾਂਡ ਕਰੀ ਜਾਵੇ ਬੰਦਾ, ਸਾਰੀ ਜ਼ਿੰਦਗੀ ਕਰੀ ਜਾਵੇ, ਕੀ ਹੋ ਰਿਹਾ ਇਹਦੇ ਨਾਲ? ਤੁਸੀਂ ਵੇਖੋ ਨਾ, ਸਤਿਗੁਰੂ ਕੀ ਕਹਿ ਰਹੇ ਨੇ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਕਿੰਨੇ ਲੋਕੀ ਕਈ ਤਰੀਕਿਆਂ ਦੇ ਕਰਮ ਕਰ ਕਰਕੇ ਥੱਕ ਗਏ ਨੇ। ਤੁਹਾਨੂੰ ਲੱਗਦਾ ਉਹਨਾਂ ਦੀ ਜ਼ਿੰਦਗੀ ਦੇ ਵੱਲ ਵੇਖ ਕੇ ਵੀ ਕੋਈ ਤਬਦੀਲੀ ਹੈ? ਜਿੱਦਾਂ ਦੇ ਅਸੀਂ ਹਾਂ ਉੱਦਾਂ ਦੇ ਲਗਭਗ ਉਹ ਨੇ। ਫਿਰ ਸਤਿਗੁਰੂ ਕਹਿ ਰਹੇ ਨੇ ਸਹਿ ਜੀਓ ਮਲੀਨ ਹੈ। ਅਤੇ ਜਿੰਨਾ ਚਿਰ ਸੰਸਾ ਹੈ ਉਹਨਾਂ ਚਿਰ ਜੀਓ ਆ ਅੰਦਰ ਮਲੀਨ ਹੀ ਰਹਿੰਦਾ ਹੈ, ਇਹ ਮੈਲਾ ਹੀ ਰਹਿੰਦਾ ਹੈ। ਕਿਤ ਸੰਜਮ ਧੋਤਾ ਜਾਏ, ਅਤੇ ਇਸ ਮਨ ਨੂੰ ਧੋਤਾ ਕਿੱਦਾਂ ਜਾਵੇ? ਸਰੀਰ ਨੂੰ ਧੋਣ ਦਾ ਤਾਂ ਹੈ ਨਾ, ਗੁਰੂ ਸਾਹਿਬ ਨੇ ਸੌਖਾ ਤਰੀਕਾ ਬੋਲਿਆ ਵੀ ਬਾਹਰ ਪਾਣੀ ਦੇ ਨਾਲ ਇਸ਼ਨਾਨ ਕਰ ਲਓ ਤਾਂ ਸਰੀਰ ਧੋਤਾ ਗਿਆ। ਆਪਾਂ ਪਰਸੋਂ ਵੀ ਇਸ ਗੱਲ ਨੂੰ ਬੋਲਿਆ ਵੀ ਪਵਿੱਤਰ ਹੋ ਜਾਣਾ ਹੋਰ ਗੱਲ ਹੈ, ਸਾਫ਼ ਹੋ ਜਾਣਾ ਹੋਰ ਗੱਲ ਹੈ। ਪਾਣੀ ਸਾਫ਼ ਕਰਦਾ ਹੈ, ਪਾਣੀ ਪਵਿੱਤਰ ਨਹੀਂ ਕਰਦਾ। ਬਾਹਰੋਂ ਸਰੀਰ 'ਤੇ ਧੋ ਲਵਾਂਗੇ। ਬਾਬਾ ਰਵਿਦਾਸ ਕਹਿੰਦੇ ਬਾਹਰ ਉਦਕ ਪਖਾਰੀਆ ਘਟ ਭੀਤਰ ਵਿਵਿਧ ਵਿਕਾਰ। ਬਾਹਰੋਂ ਤਾਂ ਪਾਣੀ ਦੇ ਨਾਲ ਧੋ ਲਿਆ, ਅੰਦਰੋਂ ਉਹੀ ਹਾਲ ਚੱਲਦਾ ਪਿਆ ਹੈ, ਅੰਦਰੋਂ ਲੜਾਈ ਚੱਲਦੀ ਪਈ ਹੈ। ਇਸ ਕਰਕੇ ਸਤਿਗੁਰੂ ਕਹਿ ਰਹੇ ਸਹਿ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਕਿਹੜੇ ਤਰੀਕੇ ਨਾਲ ਧੋਤਾ ਜਾਵੇ ਇਸ ਜੀਓ ਨੂੰ, ਮਨ ਨੂੰ ਕਿੱਦਾਂ ਧੋਤਾ ਜਾਵੇ? ਤਾਂ ਗੁਰੂ ਸਾਹਿਬ ਨੇ ਨਾਲ ਹੀ ਜਵਾਬ ਦਿੱਤਾ ਹੈ, ਕਹਿੰਦੇ ਮਨ ਧੋਵੋ, ਮਨ ਨੂੰ ਧੋਣ ਦੀ ਕੋਸ਼ਿਸ਼ ਕਰੋ। ਧਿਆਨ ਦੇ ਨਾਲ ਇਸ ਗੱਲ ਨੂੰ ਸਮਝਣਾ। ਤੁਸੀਂ ਕਿਸੇ ਵੀ ਨਿਸ਼ਾਨ ਸਾਹਿਬ ਦੇ ਲਾਗੇ, ਕਿਸੇ ਵੀ ਇੱਥੇ ਪੀੜੇ ਦੇ ਉੱਤੇ, ਕਿਸੇ ਵੀ ਥਾਂ ਦੇ ਉੱਤੇ 100 ਸਾਲ ਧਾਗੇ ਬੰਨ੍ਹਦੇ ਰਹੋ, ਇਹਦੇ ਨਾਲ ਮਨ ਧੋਤਾ ਜਾਵੇਗਾ? ਕਦੀ ਨਹੀਂ ਧੋਤਾ ਜਾ ਸਕਦਾ। ਮਨ ਉਦੋਂ ਹੀ ਧੋਤਾ ਜਾਣਾ ਜੇ ਇੱਕ ਗੁਰ ਕੀ ਸਿੱਖ ਸੁਣੀ, ਕਿਉਂਕਿ ਉਹਦਾ ਮਨ 'ਤੇ ਅਸਰ ਹੁੰਦਾ ਹੈ, ਉਸ ਗੱਲ ਦਾ ਮਨ 'ਤੇ ਅਸਰ ਹੁੰਦਾ ਹੈ।
ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਗੁਰਬਾਣੀ ਕੀ ਕਹਿ ਰਹੀ ਹੈ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ, ਉਹਨੂੰ ਜ਼ਿੰਦਗੀ ਦੇ ਵਿੱਚ ਲੈ ਕੇ ਆਉਣ ਦੀ। ਕਰਮਕਾਂਡ ਆਪਣੇ ਆਪ ਹੀ ਜ਼ਿੰਦਗੀ ਦੇ ਵਿੱਚੋਂ ਘਟ ਜਾਣਗੇ। ਸਤਿਗੁਰੂ ਕਹਿ ਰਹੇ ਨੇ ਮਨ ਧੋਵੋ, ਮਨ ਨੂੰ ਧੋਵੋ, ਪਰ ਕਿਵੇਂ? ਸ਼ਬਦ ਲਾਗੋ, ਸ਼ਬਦ ਦੇ ਵਿੱਚ ਲੱਗੋ, ਸ਼ਬਦ ਦੇ ਵੱਲ ਧਿਆਨ ਦਿਓ ਵੀ ਸ਼ਬਦ ਕੀ ਕਹਿ ਰਿਹਾ ਹੈ। ਬਹੁਤੇ ਲੋਕਾਂ ਦੇ ਨਾਲ ਮੈਂ ਕਈ ਵਾਰ ਆਪ ਜੀ ਦੇ ਨਾਲ ਗੱਲ ਸਾਂਝੀ ਕਰਦਾ ਹੁੰਦਾ ਨਾ, ਵੀ ਉਹਨਾਂ ਨੂੰ ਇਹ ਤਾਂ ਹੈ ਵੀ ਝੂਮਰ ਬੜਾ ਸੋਹਣਾ, ਚਾਦਰਾਂ ਬੜੀਆਂ ਸੋਹਣੀਆਂ, ਫਲਾਣੀ ਚੀਜ਼ ਬੜੀ ਸੋਹਣੀ ਹੈ, ਉਹਨਾਂ ਨੂੰ ਇਹ ਪਤਾ ਨਹੀਂ ਵੀ ਸ਼ਬਦ ਕਿੰਨਾ ਸੋਹਣਾ ਹੈ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ। ਵੀ ਸ਼ਬਦ ਵੱਲ ਵੀ ਅਸੀਂ ਧਿਆਨ ਦੇਣਾ ਹੈ। ਇਹ ਹੌਲੀ ਹੌਲੀ ਜ਼ਿੰਦਗੀ 'ਚ ਗੱਲ ਆਉਂਦੀ, ਇੱਕੋ ਦਿਨ ਨਹੀਂ ਆਉਂਦਾ ਕੁਝ ਵੀ। ਇਸ ਕਰਕੇ ਸਤਿਗੁਰੂ ਕਹਿੰਦੇ ਸ਼ਬਦ ਲਾਗੋ, ਸ਼ਬਦ ਦੇ ਨਾਲ ਲੱਗੋ। ਕਿੱਦਾਂ? ਹਰਸਿਓ ਰਹੋ ਚਿੱਤ ਲਾਏ, ਚਿੱਤ ਹਰੀ ਦੇ ਨਾਲ ਜੋੜ ਕੇ ਰੱਖੋ। ਜਪਜੀ ਸਾਹਿਬ ਦੇ ਵਿੱਚ ਇੱਕ ਗੱਲ ਕਹਿ ਕੇ ਤੇ ਫਿਰ ਅਸੀਂ ਆਖਰੀ ਪੌੜੀ ਨੂੰ ਪੜ੍ਹਾਂਗੇ, ਆਖਰੀ ਪੰਕਤੀ ਨੂੰ ਪੜ੍ਹਾਂਗੇ। ਭਰੀਐ ਹੱਥ ਪੈਰ ਤਨ ਦੇਹ। ਜਿੰਨੀ ਘੱਟ ਪ੍ਰੋਬਲਮ ਹੈ ਓਨਾ ਸੋਲੂਸ਼ਨ ਸੌਖਾ, ਜਿੰਨੀ ਪ੍ਰੋਬਲਮ ਵੱਡੀ ਹੋਈ ਜਾਂਦੀ ਹੈ ਸੋਲੂਸ਼ਨ ਓਨਾ ਔਖਾ ਹੋਈ ਜਾਂਦਾ, ਯਤਨ ਓਨੇ ਔਖੇ ਹੋਈ ਜਾਂਦੇ ਨੇ। ਸਰੀਰ ਗੰਦਾ ਹੋ ਗਿਆ, ਤੁਸੀਂ ਨੋਰਮਲ ਪਾਣੀ ਦੇ ਨਾਲ ਵੀ ਧੋ ਸਕਦੇ ਜੇ, ਸਾਫ਼ ਹੋ ਜਾਵੇਗਾ। ਜ਼ਰੂਰੀ ਨਹੀਂ ਹੈ ਕਿ ਹਰ ਵਾਰ ਤੁਹਾਨੂੰ ਸਾਬਣ ਦੀ ਹੀ ਲੋੜ ਪਵੇਗੀ, ਸਾਫ਼ ਹੋ ਸਕਦਾ ਹੈ। ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤਾ ਉਤਰ ਸਕੇ। ਪਾਣੀ ਦੇ ਨਾਲ ਧੋਤਿਆਂ ਉਹ ਜਿਹੜੀ ਸਰੀਰ ਦੇ ਉੱਤੇ ਮਿੱਟੀ ਲੱਗੀ ਹੈ ਉਹ ਧੋਤੀ ਜਾ ਸਕਦੀ ਹੈ। ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ। ਉਹਦੇ ਨਾਲੋਂ ਥੋੜ੍ਹੀ ਜਿਹੀ ਵੱਡੀ ਕੋਸ਼ਿਸ਼ ਹੈ ਵੀ ਕੱਪੜਾ ਗੰਦਾ ਹੋ ਗਿਆ, ਅਤੇ ਕੱਪੜਾ ਇੱਦਾਂ ਨਹੀਂ ਸਾਫ਼ ਹੁੰਦਾ ਵੀ ਤੁਸੀਂ ਪਾਣੀ ਦੇ ਵਿੱਚੋਂ ਕੱਢ ਕੇ ਅਤੇ ਸੁੱਕਣੇ ਪਾ ਤਾ ਅਤੇ ਕੱਪੜਾ ਸਾਫ਼ ਹੋ ਗਿਆ, ਉਹਨੂੰ ਸਾਬਣ ਲਾਉਣਾ ਪੈਂਦਾ। ਸਰੀਰ ਨੂੰ ਤੁਸੀਂ ਸਾਬਣ ਨਹੀਂ ਵੀ ਨਾ ਲਾਓਗੇ ਇੱਕ ਦੋ ਵਾਰ ਅਤੇ ਸਾਫ਼ ਹੋ ਜਾਂਦਾ ਸਰੀਰ, ਕੱਪੜਾ ਸਾਫ਼ ਨਹੀਂ ਹੁੰਦਾ। ਕੱਪੜੇ ਨੂੰ ਸਾਬਣ ਹੀ ਲਾਉਣਾ ਪੈਂਦਾ, ਉਹ ਥੋੜ੍ਹੀ ਜਿਹੀ ਵੱਡੀ ਕੋਸ਼ਿਸ਼ ਹੈ ਉਹਦੇ ਨਾਲੋਂ। ਦੇਸਾ ਬੂਣ ਲਈਏ ਉਹ ਧੋਏ। ਪਰ ਗੁਰੂ ਸਾਹਿਬ ਕਹਿੰਦੇ ਭਰੀਏ ਮਤ ਪਾਪਾਂ ਕੈ ਸੰਗ। ਇੱਥੇ ਨਾ ਤਾਂ ਪਾਣੀ ਨੇ ਕੰਮ ਕਰਨਾ, ਨਾ ਸਾਬਣ ਨੇ ਕੰਮ ਕਰਨਾ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਉਹ ਨਾਮ ਦੇ ਪਿਆਰ ਦੇ ਨਾਲ ਹੀ ਧੁੱਪਣੀ ਹੈ ਜਦੋਂ ਸ਼ਬਦ ਦੇ ਵੱਲ ਧਿਆਨ ਦੇਵਾਂਗੇ। ਮਨ ਧੋਵੋ ਸ਼ਬਦ ਲਾਗੋ, ਹਰਸੋਂ ਰਹੋ ਚਿਤ ਲਾਏ। ਫਿਰ ਗੁਰੂ ਸਾਹਿਬ ਕਹਿੰਦੇ ਕਹੈ ਨਾਨਕ, ਨਾਨਕ ਆਖਦਾ ਹੈ, ਭਾਵ ਕਿ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਖਦੇ ਨੇ ਗੁਰ ਪ੍ਰਸਾਦੀ ਸਹਿਜ ਉਪਜੈ। ਗੁਰੂ ਦੇ ਪ੍ਰਸਾਦ ਦੇ ਨਾਲ ਜ਼ਿੰਦਗੀ ਦੇ ਵਿੱਚ ਸਹਿਜ ਪੈਦਾ ਹੁੰਦਾ ਹੈ, ਟਿਕਾ ਪੈਦਾ ਹੁੰਦਾ ਹੈ। ਬਿਲਕੁਲ ਐ ਆਰਾਮ ਵਾਲੀ ਅਵਸਥਾ ਹੁੰਦੀ ਹੈ ਜਿਹਦੇ ਵਿੱਚ ਤੜਫੜ ਨਹੀਂ ਹੁੰਦੀ ਜ਼ਿੰਦਗੀ ਦੇ ਵਿੱਚ। ਸੌਖੇ ਸੌਖੇ ਸ਼ਬਦਾਂ ਦੇ ਵਿੱਚ ਕਮਨ ਐਵੇਂ ਦੌੜ ਭੱਜ ਨਹੀਂ ਹੁੰਦੀ। ਜੋ ਕੁਝ ਹੋ ਰਿਹਾ ਸਹਿਜ ਦੇ ਵਿੱਚ ਹੋ ਰਿਹਾ, ਟਿਕਾ ਦੇ ਵਿੱਚ ਹੋ ਰਿਹਾ, ਆਪਣੇ ਆਪ ਹੋ ਰਿਹਾ ਹੈ ਜ਼ਿੰਦਗੀ ਦੇ ਵਿੱਚ। ਹਜ਼ੂਰ ਕਹਿੰਦੇ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਇਵ ਜਾਏ। ਗੁਰੂ ਦੀ ਕਿਰਪਾ ਦੇ ਨਾਲ ਜ਼ਿੰਦਗੀ ਦੇ ਵਿੱਚੋਂ ਤੌਖਲੇ, ਵਹਿਮ, ਸੰਸੇ, ਭਰਮ, ਕਰਮ ਕਾਂਡਾਂ ਦਾ ਪਿਆਰ ਜਿਹੜਾ ਹੈ ਇਹ ਦੂਰ ਹੁੰਦਾ ਹੈ। ਸਤਿਗੁਰੂ ਕਿਰਪਾ ਕਰਨ। ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਪੌੜੀ ਦਾ ਪਾਠ ਕਰਕੇ ਫਿਰ ਅਸੀਂ ਸਮਾਪਤੀ ਕਰਾਂਗੇ ਜੀ। ਕਰਮੀ ਸਹਿਜ ਨਾ ਊਪਜੈ, ਵਿਣ ਸਹਿਜੈ ਸਹਸਾ ਨਾ ਜਾਏ। ਨਾ ਜਾਏ ਸਹਸਾ ਕਿਤੈ ਸੰਜਮ, ਰਹੇ ਕਰਮ ਕਮਾਏ। ਸਹਸੈ ਜੀਓ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਸਿਓ ਰਹੋ ਚਿਤ ਲਾਏ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਸਾ ਇਵ ਜਾਏ। ਇਹ ਸਹਸਾ ਇਵ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।